ਤੁਹਾਡੇ ਤੋਂ ਪੁੱਛ ਰਿਹਾ, ਜੇ ਤੁਸੀਂ ਪਾਕਿਸਤਾਨ 'ਚ ਨਹੀਂ ਹੋ ਕਿੱਥੇ ਹੋ ਫਿਰ? ਇਹ ਤੇ ਮੈਂ ਕਹਿੰਦਾ ਹੁਣ ਇਹ ਆਹ ਵਾਲੀ ਗੱਲ ਤੇ ਨਹੀਂ ਨਾ ਮੈਂ ਦੱਸ ਸਕਦਾ, ਮੈਂ ਪੁਲਿਸ ਦਾ ਫਰਾਰ ਆ। ਤੁਸੀਂ ਜਿਹੜੀਆਂ ਫਰੌਤੀਆਂ ਮੰਗਦੇ ਸੀ, ਅਗਵਾ ਕਰਦੇ ਸੀ ਲੋਕਾਂ ਨੂੰ, ਉਹ ਤਾਂ ਜੱਗ ਜ਼ਾਹਰ ਹੈ। ਪਰਮੇਸ਼ ਵਰਮਾ ਦਾ ਕਾਂਡ, ਦਿਲਪ੍ਰੀਤ ਨਾਲ ਤੁਹਾਡੀ ਯਾਰੀ ਸੀ, ਉਹ ਕੀਤਾ। ਜਦੋਂ ਕੋਈ ਬੰਦਾ ਫਰਾਰ ਹੁੰਦਾ ਹੈ ਨਾ, ਉਹਨੂੰ ਪੈਸਾ ਦੀ ਲੋੜ ਹੁੰਦੀ ਹੈ, ਕਿਸੇ ਨਾ ਕਿਸੇ ਬੰਦੇ ਉਹਨਾਂ ਬੰਦੇ ਨੇ ਪੂਰੇ ਕਰਨੇ ਹੁੰਦੇ ਆ। ਇੰਨੀ ਗੱਲ ਜ਼ਰੂਰ ਹੈ ਕਿ ਕੋਈ ਬੰਦਾ ਹੋਵੇ 2 ਨੰਬਰ ਹੀ ਹੋਵੇ ਨਾ, ਜਿਹਨੇ 2 ਨੰਬਰ ਨਾਲ ਕਮਾਏ ਹੁਣ, ਉਹਦੇ ਤੇ ਕਿਤੇ ਲੈ ਲਏ ਹੋਣਗੇ, ਪਰ ਕਿਸੇ ਮਾੜੇ ਬੰਦੇ ਮਾੜੇ ਮਾਤੜ ਤੋਂ ਨਹੀਂ ਲਏ। ਤੇ ਮੈਂ ਉਹ ਵਾਲੇ ਕੇਸ 'ਚ ਨਾਲ ਹੀ ਨਹੀਂ ਸੀਗਾ। ਗਿੱਪੀ ਗਰੇਵਾਲ, ਕਦੇ ਕੋਈ ਇਮੀਗ੍ਰੇਸ਼ਨ ਵਾਲਾ, ਤੁਸੀਂ ਮੰਗਦੇ ਰਹੇ ਹੋ ਪੈਸੇ ਉਹਨਾਂ ਤੋਂ? ਮੇਰੀ ਕੋਈ ਵੀ ਬੰਦਾ ਕੋਈ ਇਸ ਚੀਜ਼ ਦੇ ਉੱਤੇ ਹੈ ਨਾ ਵੀ ਵਾਕਿਆ ਮੈਂ ਤੁਹਾਨੂੰ ਆਖਣ ਦਿਆਂ ਮੈਂ ਮੁਕਰਦਾ ਥੋੜੀ ਕਿ ਮੈਂ ਪੈਸੇ ਨਹੀਂ ਲਏ, ਪਰ ਮੈਂ ਉਸੇ ਇਹੋ ਜਿਹੇ ਬੰਦਿਆਂ ਤੋਂ ਕਿਸੇ ਤੋਂ ਵੀ ਨਹੀਂ ਲਏ ਜਿਹੜੇ ਕਿਸੇ ਦੀ 2 ਨੰਬਰ ਦੀ ਕਮਾਈ ਨਹੀਂਗੀ। ਮੈਂ 1 ਨੰਬਰ ਵਾਲੇ ਬੰਦੇ ਤੋਂ ਕਦੀ ਕਿਸੇ ਤੋਂ ਪੈਸੇ ਹੀ ਨਹੀਂ ਮੰਗੇ। ਤੁਹਾਡਾ ਥਾਟ ਕੀ ਹੈਗਾ? ਤੁਸੀਂ ਕਿਹੜੀ ਗੱਲ ਨੂੰ ਮੰਨਦੇ ਹੋਗੇ? ਯਾਨੀ ਕਿਸੇ ਨੂੰ ਵੀ ਟਾਰਗੇਟ ਕਰੋਗੇ ਜੇ ਪੈਸੇ ਚਾਹੀਦੇ ਨੇ? ਸਾਡੀ ਕੋਈ ਨਾ ਇੱਕ ਲਾਈਨ ਹੈਗੀ ਆ ਕਿ ਇਸ ਬੰਦੇ ਕੋਲ ਲੈਣੇ, ਇਸ ਬੰਦੇ ਕੋਲ ਨਹੀਂ ਲੈਣੇ। ਤੇ ਪੁਲਿਸ ਵਾਲਿਆਂ ਕੋਲ ਤੇ ਹਮੇਸ਼ਾ ਇਹੋ ਹੀ ਲੈਣੇ ਕਿ ਜਿਹੜਾ ਕੋਈ ਮਾਤੜ, ਜਿਹੜਾ ਕੋਈ ਨਹੀਂ ਕੋਈ ਕਰ ਸਕਦਾ, ਹਮੇਸ਼ਾ ਲੈਂਦੇ ਉਹਦੇ ਕੋਲ। ਜੇ ਆਪਾਂ ਜੋ ਗੱਲ ਕਰ ਰਹੇ ਤੁਸੀਂ ਸਰੈਂਡਰ ਨਹੀਂ ਕਰਦਾ, ਸਰੈਂਡਰ ਕਰੀਏ ਕਿਹਦੇ ਕੋਲ? ਵੀ ਤੁਸੀਂ ਜਿਹੜੀ ਹੈ ਨਾ ਸਾਡੀ ਪੰਜਾਬ ਦੀ ਸਟੇਟ ਹੈ ਨਾ, ਇਹ ਪੁਲਿਸ ਸਟੇਟ ਹੈ, ਇਹ ਹੈ ਨਾ ਵੀ ਇਹਦੇ ਵਿੱਚ ਜੱਜਾਂ ਦੀ ਤੇ ਚੱਲਦੀ ਕੋਈ ਨਹੀਂ ਗੀ। ਪੰਜਾਬ ਦੇ ਡੀਜੀਪੀ ਨੂੰ ਕਹੋ ਤੁਸੀਂ ਇੱਥੇ ਕਿ ਮੈਂ ਸਰੈਂਡਰ ਕਰਨਾ ਚਾਹੁੰਦਾਗਾ, ਜਿੱਥੇ ਵੀ ਹੋ ਤੁਸੀਂ ਆ ਜਾਓ। ਪੰਜਾਬ ਦੇ ਡੀਜੀਪੀ ਦੇ ਵਾਸੀ ਕੁਛ ਨਹੀਂਗਾ। ਮੈਂ ਸਰੈਂਡਰ ਕਰਨ ਨੂੰ ਤਿਆਰ ਹਾਂ, ਪਰ ਪਹਿਲਾਂ ਇਨਸਾਫ ਤੇ ਲੈ ਕੇ ਦੋ ਨਾ। ਮੈਂ ਜਿਹੜੇ 7 ਸਾਲ ਹੰਡਾਏ ਨਾ ਜੇਲ੍ਹ ਦੇ ਵਿੱਚ, ਉਹਨਾਂ ਇਸ ਚੀਜ਼ ਨੂੰ ਪੱਕਾ ਕਰਤਾ ਵੀ ਕੋਈ ਇਹ ਇੱਕ ਅਫਸਰ ਦੀ ਨਹੀਂਗੀ ਜ਼ਬਾਨੀ, ਜਾਂ ਇੱਕ ਅਫਸਰ ਦਾ ਵਤੀਰਾ ਨਹੀਂਗਾ। ਇਨਸਾਫ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜਾਂ ਤੁਹਾਨੂੰ ਲੱਗਦਾ ਜਦੋਂ ਤੱਕ ਉਹ ਨਹੀਂ ਹੁੰਦਾ ਤੁਸੀਂ ਸਰੈਂਡਰ ਨਹੀਂ ਕਰਨਾ ਹੈਗਾ? ਮੈਂ ਰੱਖਦਾ, ਮੈਂ ਸਰੈਂਡਰ ਕਰਨ ਨੂੰ ਤਿਆਰ ਹਾਂ। ਮੈਂ ਇਕੱਲਾ ਸਰੈਂਡਰ ਨਹੀਂ, ਮੈਂ ਆਪਣੇ ਗੁਨਾਹ ਕਬੂਲ ਕਰਦਾ ਵਾਂ। ਤੁਸੀਂ ਕ੍ਰਾਈਮ ਕੀਤਾ 2008 ਚੋਂ, ਕ੍ਰਾਈਮ ਦੀ ਦੁਨੀਆ 'ਚ ਆਉਣਾ ਸ਼ੁਰੂ ਹੋਇਆ ਰਿੰਦਾ, ਉਹ ਤੋਂ ਪਹਿਲਾਂ ਤੁਹਾਡਾ ਥਾਟ ਦੀ ਜੇਲ੍ਹ 'ਚ ਗਏ। ਹੁਣ ਤੁਸੀਂ ਉਸ ਲਾਰਜਰ ਜਿਹੜੀ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਬੱਬਰ ਖਾਲਸਾ ਨਾਲ ਮਿਲ ਚੁੱਕੇ ਹੋ, KLF ਨਾਲ ਮਿਲ ਚੁੱਕੇ ਹੋ, ਹੈਪੀ PhD ਦੀ ਥਾਂ ਲੈਣਾ ਚਾਹੁੰਦਾ ਸੀ ਰਿੰਦਾ, ਕਿ ਇਹ ਗੱਲਾਂ ਠੀਕ, ਮਤਲਬ ਕੀ ਤੁਸੀਂ ਉਹਦੇ ਨਾਲ ਫਿਰ ਜੁੜੇ ਹੋਏ ਹੋ, ਜਾਂ ਤੁਸੀਂ ਇੱਕ ਆਮ ਜਿਵੇਂ ਇੱਕ ਕ੍ਰਿਮੀਨਲ ਹੁੰਦਾ, ਇੱਕ ਗੈਂਗਸਟਰ ਆ ਜਾਂ ਕ੍ਰਿਮੀਨਲ ਉਹ ਹੋਗੇ? ਪੁਲਿਸ ਵਾਲਿਆਂ ਨੇ ਉਹਨਾਂ ਦੀ ਸਿਰਫ ਉਹ 2-4 ਬੰਦਿਆਂ ਦੀ ਗਲਤੀ ਹੈ ਨਾ, ਜਿਹੜੀ ਜਿੰਨੇ ਉੱਥੋਂ ਹਜੂਰ ਸਾਹਿਬ ਤੋਂ ਨੰਦੇੜ ਤੋਂ ਮੁੰਡੇ ਗਏ ਸੀ ਨਾ ਉੱਥੇ ਮੇਲੇ ਵਾਸਤੇ, ਗੁਰੂ ਨਾਨਕ ਦੇਵ ਜੀ ਗੁਰਪੁਰਬ ਵਾਸਤੇ, ਉਹਨਾਂ ਨੂੰ ਨੰਗਿਆਂ ਕਰਕੇ ਥਾਣੇ ਤੋਂ ਬਾਹਰ ਆ ਨਾ, ਉਹਨਾਂ ਨੂੰ ਇੱਕ ਸਿਰੋਂ ਪਰਨੇ ਲਾ ਕੇ ਤੇੜੋਂ ਕਸ਼ਹਿਰੇ ਨੰਗੇ ਕਰਕੇ ਉਹਨਾਂ ਤੋਂ ਕੁੱਟ ਕੇ ਜਲੀਲ ਕੀਤਾ ਵੀ ਜੇ ਦੁਬਾਰੇ ਕੋਈ ਸਿੱਖ ਕਰੇਗਾ ਤੇ ਉਹ ਸਾਰੀ ਕਮਿਊਨਿਟੀ ਨੂੰ ਭੁਗਤਣਾ ਪਊਗਾ। ਜਦੋਂ ਮੈਂ ਉੱਥੋਂ ਪੰਜਾਬ 'ਚ ਆਇਆ ਤੇ ਪੰਜਾਬ ਦੇ ਵਿੱਚ ਮੇਰਾ ਜੇਲ੍ਹ 'ਚ ਜਾਣ ਦਾ ਜਿਹੜਾ ਕਾਰਨ ਸੀਗਾ, ਉਹ ਪੰਜਾਬ ਦੀ ਰਾਜਨੀਤੀ ਸੀ। ਉਹਦੇ ਤੋਂ ਬਾਅਦ ਜਿਹੜੀ ਹੈ ਨਾ ਪੰਜਾਬ ਦੀ ਪੁਲਿਸ ਉਹਦੀ ਜ਼ਿੰਮੇਵਾਰ ਸੀਗੀ। ਕਿਸੇ ਦਾ ਫੋਨ ਆਇਆ ਬ੍ਰਹਮਪੁਰੇ ਉਹ ਹਲਕੇ ਦਾ ਨਾ ਵੀ MLA ਪਤਾ ਨਹੀਂ MP ਸੀਗਾ, ਜਿਹੜੀ ਉਹਦਾ ਫੋਨ ਆਇਆ ਹੈ, ਉਹਨਾਂ ਨੇ ਉੱਥੇ ਪਾੜ ਕੇ ਤੇ ਉਹਨਾਂ ਨੇ ਜਿਹੜੀ ਨਵੇਂ ਸਿਰੋਂ ਆ ਨਾ ਮੇਰੇ ਬਿਆਨ ਪਾੜ ਕੇ FIR ਲਿਖੀ, ਜਿਹਦੇ ਵਿੱਚ ਨਾ 5 ਬੰਦਿਆਂ ਦੇ ਨਾਂ ਆ ਗਏ। SHO ਸੀਗਾ ਤੇ ਹਰਦੀਪ ਸਿੰਘ। ਮੈਂ ਉਹਨੂੰ ਆਖਿਆ ਜੀ ਮੈਂ ਜਦੋਂ ਗੁਨਾਹ ਕਬੂਲ ਕਰਦਾ, ਤੁਸੀਂ 4 ਜਣਿਆਂ ਨੂੰ ਹੋਰ ਮੇਰੇ ਵੰਡੇ ਕਾਹਤੋਂ ਸਜ਼ਾ ਦਿੰਦੇ ਜੇ? ਜਿਹੜਾ ਕਿਸੇ ਕੋਲੋਂ ਪੈਸੇ ਲੈਂਦੇ, ਜਿਹਦੀ ਕਿਸੇ ਦੀ ਨਾ ਵੀ ਪੋਲੀਟੀਕਲ ਪਾਵਰ ਜਿਹਦੇ ਕੋਲ ਹੈਗੀ ਹੈ, ਉਹਦੀ ਇੱਕ A ਕੈਟਾਗਰੀ ਹੈ। ਜਿਹੜੇ ਬੰਦੇ ਕੋ ਕੁਛ ਵੀ ਨਹੀਂਗਾ ਉਹ B ਕੈਟਾਗਰੀ। ਉਹ ਇੱਕ ਲਾ ਲਓ ਜਿੱਦਾਂ ਅਸੀਂ ਵਾਰਡ ਦੇ ਵਿੱਚ ਮੱਝਾਂ ਬੰਨੀਆਂ ਹੁੰਦੀਆਂ ਨਾ, ਉਹਦਾ ਉਹ ਜੀਵਨ ਹੈ ਜੇਲ੍ਹ ਦੇ ਵਿੱਚ। ਸੰਗਰੂਰ ਦਾ ਸੁਪਰਡੈਂਟ ਸੀਗਾ ਜਗਵੰਤ ਸ਼ਰਮਾ, ਜਿਹਦੇ ਉੱਤੇ ਮੈਂ ਕੇਸ ਕੀਤਾ ਸੀਗਾ ਅੰਦਰੋਂ, ਵੀ ਮੈਂ ਉਹ ਅੰਦਰ ਨਸ਼ਾ ਵਿਕਾਉਂਦਾ ਸੀਗਾ, ਵੀ ਉਹਦੇ ਖਿਲਾਫ ਹੈ ਨਾ ਵੀ ਮੈਂ ਆਵਾਜ਼ ਚੁੱਕੀ ਆ, ਸਾਡੀ ਉੱਤੇ ਨਾ ਤੂੰ ਮੈਂ ਹੋ ਗਈ ਆ। ਉਹ ਮੇਰੇ ਗਲ ਪਿਆ, ਮੈਂ ਅੱਗੋਂ ਉਹਦੇ ਗਲ ਪੈ ਗਿਆ। ਉਹਦੇ ਸਿਰਫ ਮੈਂ ਕਿ 4 ਚਪੇੜਾਂ ਮਾਰਤੀਆਂ ਹੋ ਗਈਆਂ, ਉਹਨੇ ਉਸ ਹੱਦ ਤੱਕ ਮਾਰਿਆ ਵੀ ਜਿੱਥੋਂ ਤੱਕ ਵੀ ਮੈਂ ਮਰ ਸਕਦਾ ਹਾਂ। ਜਿਹੜਾ ਕੋਈ ਬੰਦਾ ਆਪਣੇ ਸਵਾਰਥ ਵਾਸਤੇ ਕਿਸੇ ਨੂੰ ਮਾਰਦਾ ਹੈ ਨਾ, ਨਿੱਜੀ ਸਵਾਰਥ ਵਾਸਤੇ, ਉਹ ਕੋਈ ਵੀ ਕਰਦਾ ਉਹ ਗਲਤ ਹੈ। ਜੇ ਮੈਂ ਵੀ ਕੀਤਾ ਤੇ ਮੈਂ ਉਸ ਚੀਜ਼ ਨੂੰ ਭੁਗਤਣ ਨੂੰ ਤਿਆਰ ਹਾਂ। ਤੇ ਰਿੰਦਾ ਇਹ ਗੱਲ ਸਮਝਾਓ, ਤੁਸੀਂ ਕਹਿੰਦੇ ਹੋ ਤੁਹਾਡੇ ਸਿਧਾਂਤ ਨੇ, ਮਿੰਦੀ ਗਾਂਧੀ ਦਾ ਕਤਲ ਹੁੰਦਾ, ਉਹ ਕਿਹੜੇ ਸਿਧਾਂਤਾਂ 'ਚੋਂ ਕੀਤਾ ਗਿਆ ਸੀ ਮਿੰਦੀ ਗਾਂਧੀ ਦਾ ਕਤਲ? ਗੈਂਗਸਟਰਾਂ 'ਚ ਕੁਝ ਲੋਕ ਜਿਹੇ ਹੈਗੇ ਨੇ ਜਿਹੜੇ ਚਿੱਟੇ ਤੇ ਕੰਮ ਕਰਦੇ ਨੇ, ਹਥਿਆਰਾਂ ਦੀ ਸਪਲਾਈ ਦਾ ਕਰਦੇ ਨੇ। ਮੈਂ ਜਦੋਂ ਬਾਹਰ ਆਇਆ ਨਾ ਤੇ ਇੱਕ ਟਾਈਮ ਹੋਇਆ ਵੀ ਪੈਸੇ ਨੂੰ ਔਖਾ ਹੋ ਗਿਆ। ਮੇਰੇ ਨਾਲ ਸੱਜਣ ਕੋਈ ਐਸੇ ਸੀਗੇ ਜਿਹੜੇ ਨਾ ਵੀ ਉਹ ਸਮਗਲਿੰਗ ਕਰਦੇ, ਉਹਦੇ ਨਾਲ ਸੰਬੰਧਿਤ ਸੀਗੇ। ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਗੈਂਗਸਟਰ ਜੈਪਾਲ ਦੇ ਇਨਕਾਊਂਟਰ ਤੋਂ ਬਾਅਦ ਸਭ ਤੋਂ ਵੱਧ ਨਾਮ ਜੇ ਚਰਚਾ 'ਚ ਆਇਆ ਤਾਂ ਉਹ ਗੈਂਗਸਟਰ ਹਰਵਿੰਦਰ ਰਿੰਦਾ, ਜਿਹਦੇ ਬਾਰੇ ਪੁਲਿਸ ਨੇ ਕਿਹਾ ਕਿ ਉਹ ਪਾਕਿਸਤਾਨ 'ਚ ਹੈ, ਜੈਪਾਲ ਨੂੰ ਇਟਲੀ ਭੇਜਣਾ ਚਾਹੁੰਦਾ ਸੀ। ਪਹਿਲਾਂ ਖੁਦ ਦੁਬਈ ਤੇ ਇਟਲੀ ਗਿਆ, ਅੱਜ ਕੱਲ੍ਹ ਪਾਕਿਸਤਾਨ 'ਚ ਰਹਿੰਦਾ ਹੈ। ਹਰਵਿੰਦਰ ਰਿੰਦਾ ਮਹਾਰਾਸ਼ਟਰ ਦੇ ਨਾਲ ਸੰਬੰਧ ਰੱਖਦਾ। ਵੈਸੇ ਪਹਿਲਾਂ ਪੰਜਾਬ ਤੋਂ, ਤਰਨਤਾਰਨ ਜ਼ਿਲ੍ਹੇ ਤੋਂ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਰਿੰਦਾ ਨੇ ਦਿੱਤਾ। ਬੱਬਰ ਖਾਲਸਾ ਨਾਲ ਲਿੰਕ ਕਹੇ ਜਾਂਦੇ ਨੇ, ISI ਨਾਲ ਕਹੇ ਜਾਂਦੇ ਨੇ। ਰਿੰਦਾ ਨੇ ਖੁਦ ਪ੍ਰੋ ਪੰਜਾਬ TV ਨੂੰ ਸੰਪਰਕ ਕੀਤਾ ਕਿ ਮੈਂ ਵੀ ਕੁਝ ਕਹਿਣਾ ਚਾਹੁੰਦਾ, ਤਾਂ ਅਸੀਂ ਉਹਨਾਂ ਨਾਲ ਗੱਲ ਸ਼ੁਰੂ ਕਰਦੇ ਹਾਂ।
ਸਿੱਧੇ ਸਵਾਲ ਹੋਣਗੇ ਕਿ ਇਹ ਲਿੰਕ ਨੇ ਜਾਂ ਨਹੀਂ, ਔਰ ਜੈਪਾਲ ਦੇ ਨਾਲ ਇੰਨੀ ਨੇੜਤਾ ਕਿਉਂ ਸੀ ਕਿ ਜੈਪਾਲ ਸਮਗਲਿੰਗ ਕਰਦਾ ਸੀ ਹਥਿਆਰਾਂ ਦੀ, ਨਸ਼ੇ ਦੀ। ਤਾਂ ਸਵਾਲ ਸ਼ੁਰੂ ਕਰਦੇ ਹਾਂ ਰਿੰਦਾ ਨੂੰ। ਰਿੰਦਾ, ਸਭ ਤੋਂ ਪਹਿਲਾਂ ਦੱਸੋ, ਜੈਪਾਲ ਨਾਲ ਸੰਪਰਕ 'ਚ ਕਿਵੇਂ ਆਏ ਸੀ? ਕਿ ਜੈਪਾਲ ਹਥਿਆਰਾਂ ਦੀ ਸਪਲਾਈ ਕਰਦਾ ਸੀ, ਸਮਗਲਿੰਗ ਕਰਦਾ ਸੀ ਨਸ਼ੇ ਦੀ? ਜੀ ਜਿਹੜੀ ਹੈ ਨਾ ਨਸ਼ੇ ਦੀ ਸਮਗਲਿੰਗ ਦੀ ਗੱਲ, ਜੈਪਾਲ ਦੇ ਉੱਤੇ ਜਿੱਦਣ ਦਾ ਫੜਿਆ ਗਿਆ ਉਦੋਂ ਦਾ ਕਹਿੰਦੇ ਨਸ਼ੇ ਦੀ ਸਮਗਲਿੰਗ ਸੀਗੀ। ਜਿੱਦਣ ਹੈ ਨਾ ASI ਵਾਲਾ ਕੰਮ ਹੋਇਆ ਉਦੋਂ ਕਹਿੰਦੇ ਵੀ ਇਹ ਕੋ ਨਸ਼ੇ ਦੀ ਖੇਪ ਸੀਗੀ, ਗਾਂਹ ਪਿਛਾਂ ਕਰ ਰਹੀ। ਸਾਰੇ ਬੰਦੇ ਫੜੇ ਗਏ, ਜਿਹੜੇ ਕੋ ਬੈਗ ਉਹ ਗਾਂਹ ਪਿਛਾਂ ਕਰਦੇ ਉਹ ਵੀ ਫੜੇ ਗਏ। ਉਹਦੇ ਵਿੱਚੋਂ ਫਿਰ ਕੋਈ ਨਸ਼ਾ ਪੁਲਿਸ ਨੇ ਰਿਕਵਰ ਕਿਉਂ ਨਹੀਂ ਕੀਤਾ? ਉਹ ਸ਼ੋਅ ਕਿਉਂ ਨਹੀਂ ਕੀਤਾ? ਸ਼ਾਇਦ ਜੇ ਪੰਜਾਬ ਦੇ ਵਿੱਚ ਫੜਿਆ ਜਾਂਦਾ ਪੁਲਿਸ ਉਹ ਵੀ ਸ਼ੋਅ ਕਰ ਦਿੰਦੀ। ਤੇ ਰਹੀ ਗੱਲ ਜਿਹੜੀ ਹੈ ਨਾ ਆਪਣਾ ਹਥਿਆਰਾਂ ਦੀ, ਜੇ ਕੋਈ ਐਡਾ ਵੱਡਾ ਹਥਿਆਰਾਂ ਦਾ ਸਮਗਲਰ ਸੀਗਾ ਉਹਦੇ ਕੋਲੋਂ ਪਿਸਤੌਲ ਫੜੇ ਜਾਣੇ ਸੀਗੇ। ਉਹ ਬੜਾ ਇੱਕ ਲਾਈਨ ਦੇ ਅੰਦਰ ਰਹਿ ਕੇ ਕੰਮ ਕਰਨ ਵਾਲਾ ਬੰਦਾ ਸੀਗਾ। ਉਹਦੇ ਹਾਲਾਤ ਇਹੋ ਜਿਹੇ ਬਣੇ ਆ ਨਾ ਕਿ ਉਹਦੇ ਜਿਹੜੇ ਉਹਨਾਂ ਰਾਈਵਲਰੀ ਸੀਗੀ ਉਹ ਉਹਨਾਂ ਨੇ ਉਹਨੂੰ ਟਿਕਣ ਨਹੀਂ ਦਿੱਤਾ ਘਰੇ। ਉਹ ਤਾਂ ਕਰਕੇ ਉਹ ਘਰੋਂ ਚਲੇ ਗਿਆ। ਪਰ ਉਹਨੂੰ ਪੁਲਿਸ ਦੇ ਨਾਲ ਜਿਹੜਾ ਤਸ਼ੱਦਦ ਪੁਲਿਸ ਕਿੱਦਾਂ ਕਰਦੀ ਇਸ ਗੱਲ ਦਾ ਪਤਾ ਸੀਗਾ। ਕਦੀ ਵੀ ਉਹ ਲਾਈਨ ਕ੍ਰਾਸ ਹੀ ਨਹੀਂ ਕਰਦਾ। ਜਿਹੜੇ ਕੋ ਪੁਲਿਸ ਵਾਲੇ ਮਰੇ ਆ ਨਾ, ਉਹ ਪੁਲਿਸ ਵਾਲੇ ਹੈ ਨਾ ਜ਼ਰੂਰ ਉਹ ਨਾਲ ਹੋਊਗਾ ਹੈ ਨਾ, ਇਹ ਇੱਕ ਵੱਖਰੀ ਗੱਲ ਹੈ। ਪਰ ਮੈਂ ਇਸ ਗੱਲ ਨੂੰ ਸਮਝਦਾ ਉਹਨੇ ਗੋਲੀ ਨਹੀਂ ਚਲਾਈ ਪੁਲਿਸ ਤੇ, ਕਿਉਂਕਿ ਇਹਦਾ ਬਾਪ ਵੀ ਆਪਣਾ ਪੁਲਿਸ 'ਚ ਸੀਗਾ। ਉਸ ਤੋਂ ਵੱਡੀ ਗੱਲ ਹੈ ਨਾ ਉਹਨੂੰ ਪੁਲਿਸ ਦਾ ਇਸ ਗੱਲ ਦਾ ਪਤਾ ਵੀ ਜਦੋਂ ਭਗੌੜਾ ਹੋਇਆ ਨਾ, ਪੁਲਿਸ ਨੇ ਉਹਦੇ ਬਾਪੂ ਨੂੰ ਥਾਣੇ ਸੱਦ ਕੇ ਉਹਦੀ ਮਾਤਾ ਨੂੰ ਉਹਦੇ ਭਰਾ ਨੂੰ ਵੀ ਤਸ਼ੱਦਦ ਥਾਣੇ ਦੇ ਵਿੱਚ ਆਉਣ ਡਿਊਟੀ ਕੀਤਾ। ਵੀ ਉਹਨੂੰ ਪਤਾ ਹੈ ਜੇ ਕਿਤੇ ਪੁਲਿਸ ਵਾਲਿਆਂ ਨੂੰ ਗੋਲੀ ਚੱਲ ਗਈ ਨਾ ਤੇ ਪੁਲਿਸ ਵਾਲਿਆਂ ਨੇ ਉਹ ਦੁਬਾਰੇ ਆ ਨਾ ਜੋ ਲੇਟ 90s ਦੇ ਵਿੱਚ ਹੋਇਆ ਨਾ, ਉਹ ਉਹਨੂੰ ਇਸ ਗੱਲ ਦਾ ਬੜੀ ਪੜ੍ਹਨ ਦਾ ਬੜਾ ਸ਼ੌਕੀਨ ਸੀਗਾ। ਉਹਨੇ ਬੜਾ ਹੈ ਨਾ ਵੀ ਆਹ ਚੀਜ਼ਾਂ ਪੜ੍ਹੀਆਂ ਵੀ ਕਿੱਦਾਂ ਪੁਲਿਸ ਜਦੋਂ ਕਿਸੇ ਚੀਜ਼ ਨੂੰ ਕ੍ਰਸ਼ ਕਰਦੀ ਨਾ ਫਿਰ ਉਹਦੇ ਵਾਸਤੇ ਕੋਈ ਹੈ ਨਾ ਉਹ ਰਹਿ ਨਹੀਂ ਜਾਂਦਾ ਆਪਣਾ, ਕੋਈ ਇੱਕ ਲਾਈਨ ਨਹੀਂ ਰਹਿ ਜਾਂਦੀ ਕਿ ਆਹ ਕ੍ਰਾਸ ਨਹੀਂ ਕਰਨੀ। ਫਿਰ ਹਰ ਇੱਕ ਲਾਈਨ ਕ੍ਰਾਸ ਕਰਦੀ। ਉਦੋਂ ਫਿਰ ਪੁਲਿਸ ਨੇ ਤੇ ਜਿੱਦਾਂ ਹੈ ਨਾ ਵੀ ਬੰਦੇ ਮਾਰੇ ਆ ਤੇ ਜਿਹੜੇ ਤਰੀਕੇ ਨਾਲ ਜਨਾਨੀਆਂ ਬੇਪਤ ਕੀਤੀਆਂ, ਉਸ ਚੀਜ਼ ਨੂੰ ਹਰ ਇੱਕ ਨੂੰ ਜਾਣਦਾ। ਆਪਾਂ ਪਹਿਲਾਂ ਮੁੱਦੇ ਤੇ ਰਹੀਏ। ਮੈਂ ਪੁੱਛਦਾ ਕਿ ਤੁਹਾਨੂੰ ਕਿਉਂ, ਤੁਹਾਡੇ ਨਾਲ ਕਦੇ ਗੱਲ ਹੋਈ ਸੀ ਕਿ ਪੁਲਿਸ ਤੇ ਗੋਲੀ ਨਹੀਂ ਚਲਾਏਗਾ ਉਹ? ਮੈਂ ਇਹੋ ਗੱਲ ਕਰ ਰਿਹਾ ਨਾ, ਆਹ ਵਾਲੀਆਂ ਗੱਲਾਂ, ਆਹ ਜਿਹੜੀ ਉਹਦੀ ਜ਼ਬਾਨੀ ਹੈ ਨਾ ਵੀ ਜਦੋਂ ਪੁਲਿਸ ਕ੍ਰਸ਼ ਕਰਦੀ ਨਾ ਤੇ ਕੋਈ ਫਿਰ ਹੱਦ ਨਹੀਂ ਰੱਖਦੀ। ਤੇ ਉਹ ਤਾਂ ਕਰਕੇ ਉਹ ਕਦੀ ਵੀ ਨਹੀਂ ਹੈ ਨਾ ਇਸ ਚੀਜ਼ ਨੂੰ ਕਰਦਾ ਵੀ ਮੈਂ ਪੁਲਿਸ ਦੇ ਖਿਲਾਫ ਜਾਵਾਂ। ਜਾਂ ਹੁਣ ਤੱਕ ਆਹ ਵਾਲੇ ਇੰਸੀਡੈਂਟ ਤੋਂ ਪਹਿਲਾਂ ਕਦੀ ਪੁਲਿਸ ਕਹਿ ਦੇਵੇ ਕਿਤੇ ਉਹਨੇ ਗੋਲੀ ਚਲਾਈ ਹੋਵੇ ਜਾਂ ਪੁਲਿਸ ਦੇ ਮੱਥੇ ਵੀ ਲੱਗ ਨਹੀਂ। ਉਹਨੇ ਤੁਹਾਨੂੰ ਕਦੇ ਕਿਹਾ ਸੀ? ਮੈਂ ਤੁਹਾਡੇ ਤੇ ਪੁੱਛਦਾ, ਉਹਨੇ ਕਿਹਾ ਸੀ ਤੁਹਾਨੂੰ? ਇਹ ਉਹਦੇ ਹੀ ਲਫ਼ਜ਼ ਆ ਜਿਹੜੀ ਮੈਂ ਤੁਹਾਨੂੰ ਦੁਹਰਾਏ ਆ ਨਾ, ਇਹ ਉਹਦੇ ਹੀ ਲਫ਼ਜ਼ ਆ। ਤਾਂ ਉਹ ਕਹਿ ਰਿਹਾ ਸੀ ਪੁਲਿਸ ਤੇ ਕਦੇ ਅਟੈਕ ਮੈਂ ਨਹੀਂ ਕਰਾਂਗਾ। ਇਹ ਕਹਿੰਦਾ ਸੀ। ਫਿਰ ਗੋਲੀ ਕਿਹਨੇ ਚਲਾਈ ਉੱਥੇ? ਪੁਲਿਸ ਵਾਲਿਆਂ ਤੇ ਗੋਲੀ ਚੱਲੀ ਹੈ, ਪੁਲਿਸ ਵਾਲੇ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰ ਵਿਚਾਰੇ ਰੋ ਰਹੇ ਨੇ। ਉਹ ਗੋਲੀ ਕਿਹਨੇ ਚਲਾਈ ਪੁਲਿਸ ਵਾਲਿਆਂ ਤੇ? ਉਹ ਗੋਲੀ ਹੁਣ ਇਹ ਤੇ ਜਿਹੜੀ ਪੁਲਿਸ ਨੇ ਜਿਹੜੇ ਨਾਲ ਫੜੇ ਆ ਨਾ, ਇਹ ਉਹਨਾਂ ਤੋਂ ਪੁਲਿਸ ਹੈ ਨਾ ਇਨਵੈਸਟੀਗੇਸ਼ਨ ਹੈ ਨਾ, ਜਿਹੜੀ ਕੋਈ ਸੱਚਾ ਕੋਈ ਹੋਇਆ ਨਾ, ਕੋਈ ਅਫਸਰ ਹੋਵੇ ਨਾ ਪੁਲਿਸ ਦੇ ਵਿੱਚ, ਕੋਈ ਸੱਚਾ ਹੋਵੇ ਵੀ ਜਿਹੜਾ ਕੋਈ ਇੱਕਦਮ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ, ਉਹ ਬੰਦਾ ਕਹਿ ਸਕਦਾ ਵੀ ਕਿਹਦੀ ਹੈ ਨਾ ਵੀ ਕਿਹਦੀ ਕਿੰਨੀ ਸ਼ਮੂਲੀਅਤ ਸੀਗੀ ਉਹਦੇ ਵਿੱਚ ਨਾ, ਉਹ ਵਾਲੇ ਮਰਡਰ ਦੇ ਵਿੱਚ, ਉਹਨਾਂ ਮਰਡਰ। ਪਰ ਤੁਹਾਡੇ ਤੇ ਸਿੱਧਾ ਇਲਜ਼ਾਮ ਇਹ ਤੁਸੀਂ ਜੈਪਾਲ ਨਾਲ ਕਦੋਂ ਤੋਂ ਇੰਟਾਸੀ? ਇਹ ਦੱਸੋ, ਜੈਪਾਲ ਨਾਲ ਕਦੋਂ ਤੋਂ ਰਿਸ਼ਤਾ ਸੀ? ਜੈਪਾਲ ਨਾਲ ਆਖਰੀ ਗੱਲ ਕਦੋਂ ਹੋਈ? ਮੇਰੀ 6 ਮਹੀਨੇ ਪਹਿਲਾਂ ਉਹਦੇ ਨਾਲ ਗੱਲ ਹੋਈ ਆ। ਤੇ 6 ਮਹੀਨੇ ਪਹਿਲਾਂ ਨਾ ਸਿਰਫ ਸੁੱਖ ਸਾਂਦ ਪੁੱਛੀ ਆ, ਕੋਈ ਹਾਲ ਚਾਲ, ਕਿਸੇ ਚੀਜ਼ ਦੀ ਲੋੜ, ਵੀ ਇੱਥੋਂ ਤੱਕ ਗੱਲ ਹੋਈ। ਹੋਰ ਕੋਈ ਗੱਲ ਨਹੀਂ, ਕਿਤੇ ਉਹ ਬਾਹਰ ਨਹੀਂ ਚੱਲਿਆ। ਹੁਣ ਪੁਲਿਸ ਜਿਹੜਾ ਉਹਦਾ ਹੈ ਨਾ ਕਰ ਰਹੀ ਆ, ਮੇਰਾ ਨਾਂ ਵਿੱਚ ਪਾ ਰਹੀ ਆ, ਸਿਰਫ ਇਸੇ ਕਰਕੇ ਵੀ ਹੁਣ ਲੋਕਾਂ ਦੀ ਸਿੰਪਥੀ ਆ ਉਹਦੇ ਨਾਲ, ਵੀ ਉਹਨੂੰ ਇੱਕ ਤਰ੍ਹਾਂ ਗੰਦਿਆਂ ਕਰੀਏ ਵੀ ਕਿਸੇ ਤਰੀਕੇ ਨਾਲ ਵੀ ਇਹ ਜੀ ਬੜਾ ਮਾੜਾ ਸੀਗਾ, ਇਹ ਸਮਗਲਰ ਸੀਗਾ, ਇਹ ਫਲਾਨਾ ਸੀਗਾ। ਉਹ ਲੋਕਾਂ ਨਾ ਵੀ ਜਿਹੜੇ ਲੋਕ ਲਹਿਰ ਕੇ ਪਿੱਛੇ ਹੋਈ ਆ ਨਾ, ਵੀ ਉਹਨੂੰ ਪਿੱਛੇ ਕਰਕੇ ਵੀ ਜਿਹੜਾ ਪੁਲਿਸ ਹੁਣ ਘੇਰੇ ਜਾ ਰਹੀ ਆ, ਉਹ ਕਿਸੇ ਤਰੀਕੇ ਨਾਲ ਜਿਹੜਾ ਨਾ ਪ੍ਰੈਸ਼ਰ ਹੈ ਜਿਹੜਾ ਵੀ ਉਹ ਬਿਲਡਅਪ ਹੋਇਆ ਆਪਣਾ ਮੀਡੀਆ ਦੇ ਥਰੂ ਪੁਲਿਸ ਦੇ ਉੱਤੇ, ਉਹ ਨਾ ਹੋਵੇ। ਫਿਰ ਤਾਂ ਕਰਕੇ ਪੁਲਿਸ ਹੁਣ ਇੱਕਦਮ ਝੂਠ ਬੋਲ ਰਹੀ ਆ। ਜੇ ਉਹਦੇ ਕੋਲ ਪਾਸਪੋਰਟ ਜੇ ਕੋਈ ਹੈਗਾ ਸੀਗਾ ਤੇ ਉਹ ਫਿਰ ਗਿਆ ਕਿਉਂ ਨਾ? ਉਹ ਕਿਹੜਾ ਨਵਾਂ ਭਗੌੜਾ ਹੋਇਆ? ਤੁਸੀਂ ਖੁਦ ਗਏ ਹੋਗੇ ਇਟਲੀ, ਦੁਬਈ, ਹੁਣ ਤੁਸੀਂ ਪਾਕਿਸਤਾਨ ਚੋਂ ਇਹ ਪੁਲਿਸ ਕਹਿ ਰਹੀ ਹੈ, ਤਾਂ ਤੁਸੀਂ ਉਹਦਾ ਵੀ ਇੰਤਜ਼ਾਮ ਕੀਤਾ ਹੋ? ਨਹੀਂ, ਜੇ ਪੁਲਿਸ ਕਹਿ ਰਹੀ ਮੈਂ ਇਟਲੀ ਗਿਆ, ਦੁਬਈ ਗਿਆ, ਪੁਲਿਸ ਰਿਕਾਰਡ ਕਿਉਂ ਨਹੀਂ ਮੰਗਵਾਉਂਦੀ? ਮੈਨੂੰ ਉੱਥੇ ਰਿਪੋਰਟ ਕਿਉਂ ਨਹੀਂ ਕਰਾਉਂਦੀ? ਤੇ ਪੁਲਿਸ ਜਿਹੜਾ ਕਹਿ ਰਹੀ ਮੈਂ ਪਾਕਿਸਤਾਨ ਆ, ਪੁਲਿਸ ਤੇ ਕਹਿੰਦੀ ਗੋਪੀ ਕੰਸ਼ਾਪੁਰੀਆ ਵੀ ਪਾਕਿਸਤਾਨ ਦੇ ਵਿੱਚ ਆ। ਤੇ ਉਹਦੇ ਘਰਦਿਆਂ ਨੂੰ ਜਾ ਕੇ ਪੁੱਛੋ ਇੱਕ ਵਾਰ, ਤੁਸੀਂ ਮੇਰੇ ਇੰਟਰਵਿਊ ਤੋਂ ਬਾਅਦ ਉਹਦੇ ਘਰੇ ਚਲੇ ਜਾਓ, ਉਹਨਾਂ ਨੂੰ ਪੁੱਛੋ ਕੀ ਹੋਇਆ। ਪੁਲਿਸ ਨੇ ਇੰਟਰੋਗੇਸ਼ਨ ਦੇ ਵਿੱਚ ਉਹਨੂੰ ਮਾਰਤਾ। ਗਾਉਂਡਰੋਂ ਨਹੀਂ ਭਗੌੜੇ ਸੀਗੇ, ਉਹਦੇ ਵਾਸਤੇ ਪੁੱਛਗਿੱਛ ਕਰਨ ਵਾਸਤੇ ਕਿੱਥੇ ਕਰਕੇ ਉਹ ਇੰਟਰੋਗੇਸ਼ਨ ਦੇ ਦੌਰਾਨ ਮਰ ਗਿਆ। ਤੇ ਉਹਦੇ ਘਰਦਿਆਂ ਨੇ ਰਿਟ ਲਾਤੀ ਵੀ ਪੁਲਿਸ ਨੇ ਫੜਿਆ। ਫਿਰ ਪੁਲਿਸ ਨੇ ਆਖਿਆ ਜੇ ਐਨਕਾਊਂਟਰ ਸ਼ੋਅ ਕਰਤਾ ਤੇ ਸਿੱਧੀ ਹੈ ਨਾ ਇਹੋ ਸ਼ੋਅ ਹੋ ਜਾਣਾ ਵੀ ਕਸਟਡੀ ਦੇ ਵਿੱਚ ਮਾਰਿਆ ਕਰਕੇ। ਪੁਲਿਸ ਨੇ ਇਹੋ ਸ਼ੋਅ ਕੀਤਾ ਵੀ ਭਗੌੜਾ ਵਾ। ਪਹਿਲੋਂ ਕਈਆਂ ਦਾ ਨਾਂ ਲਾਉਂਦੀ ਰਹੀ, ਫਲਾਣੇ ਗੈਂਗ ਨੇ ਮਾਰਤਾ, ਫਲਾਣੇ ਨੇ ਮਾਰਤਾ।
ਤੇ ਜਦੋਂ ਉਹਨਾਂ ਨੇ ਦੇਖਿਆ ਵੀ ਜੇ ਆ ਸ਼ੋਅ ਹੋ ਗਿਆ ਪੁੱਛ ਤੇ ਰਿਹਾ ਜੇ ਮਾਰਤਾ ਤੁਸੀਂ ਤੇ ਪੁਲਿਸ ਪਾਕਿਸਤਾਨ ਵਾਲਿਆਂ ਚ ਨੇ ਨਹੀਂ ਹੋ ਕਿੱਥੇ ਹੋ ਫਿਰ? ਇਹ ਤੇ ਮੈਂ ਕਹਿੰਦਾ ਹੁਣ ਇਹ ਆਹ ਵਾਲੀ ਗੱਲ ਤੇ ਨਹੀਂ ਨਾ ਮੈਂ ਦੱਸ ਸਕਦਾ, ਮੈਂ ਪੁਲਿਸ ਦਾ ਫਰਾਰ ਆ। ਵੀ ਜੇ ਮੈਂ ਨਹੀਂ, ਇਹ ਕਿਹਾ ਗਿਆ, ਡੀਜੀ ਕਹਿ ਰਹੇ ਨੇ, ਪੰਜਾਬ ਪੁਲਿਸ ਕਹਿ ਰਹੀ ਹੈ ਇਹਨਾਂ ਦੇ ਪਤਨੀ, ਹੁਣ ਤਾਂ ਤੁਹਾਡੇ ਕੋਈ ਬੱਚਾ ਵੀ ਹੋਇਆ, ਪਾਕਿਸਤਾਨ ਚੋਂ ਦੁਬਈ ਤੋਂ ਪਾਕਿਸਤਾਨ ਗਏ ਹੋ, ਔਰ ਤੁਹਾਡੇ ਬੱਬਰ ਖਾਲਸਾ ਨਾਲ KLF ਨਾਲ ਰਿਲੇਸ਼ਨ ਨੇ। ਨਹੀਂ ਇਸ ਗੱਲ ਦਾ ਕੋਈ ਪੁਲਿਸ ਕੋ ਪ੍ਰੂਫ ਹੈਗਾ ਹੈ? ਜੇ ਉਹ ਕਹਿੰਦੇ ਆ ਨਹੀਂ, ਪੁਲਿਸ ਦੇ ਪ੍ਰੂਫ ਨੂੰ ਛੱਡੋ, ਆਪਾਂ ਤੁਹਾਡੇ ਤੋਂ ਪੁੱਛ ਲੈਂਦੇ ਆ, ਤੁਹਾਡੇ ਬੱਬਰ ਖਾਲਸਾ ਨਾਲ ਰਿਲੇਸ਼ਨ ਹੈ? ਮੈਂ ਰੰਧਾਵਾ ਸਿੰਘ ਨਾਲ ਤੁਹਾਡੀ ਗੱਲ ਹੁੰਦੀ ਰਹੀ ਹੈ, ਕਿਹਾ ਗਿਆ ਕਿ ਜਦੋਂ ਬਹੁਤ ਸਾਰੇ ਗੈਂਗਸਟਰ ਫੜੇ ਗਏ ਉਹਨਾਂ ਤੋਂ ਪੁੱਛ ਕੇ ਹੀ ਪਤਾ ਲੱਗਿਆ ਪਾਕਿਸਤਾਨ ਦੇ ਸਿਮ ਤੋਂ ਕਾਲ ਹੁੰਦੀ ਸੀ। ਮੈਂ ਇਹੋ ਗੱਲ ਆਖ ਰਿਹਾ ਨਾ ਵੀ ਮੈਨੂੰ ਤੇ ਪਤਾ ਨਹੀਂਗਾ, ਜੇ ਪੁਲਿਸ ਨੂੰ ਪਤਾ ਹੈ ਤੇ ਮੈਨੂੰ ਖੁਦ ਨੂੰ ਦੱਸੇ ਪੁਲਿਸ, ਇਹ ਲਿੰਕ ਕੇ ਕਰਕੇ। ਮੈਂ ਇੰਨੀ ਗੱਲ, ਮੇਰੇ ਲਿੰਕ ਨਹੀਂਗੇ, ਪਰ ਮੈਂ ਇਹ ਗੱਲੋਂ ਮੁੱਕਰਦਾ ਵੀ ਨਹੀਂ। ਜੇ ਕੋਈ ਕੰਮ ਕੋ ਸੱਚਾ ਹੈ ਨਾ, ਚਾਹੇ ਉਹ ਪੁਲਿਸ ਕਰਾਵੇ ਤੇ ਚਾਹੇ ਕੋਈ ਬੱਬਰ ਖਾਲਸਾ ਕਰਾਵੇ, ਮੈਂ ਕਿਸੇ ਵੱਲੋਂ ਵੀ ਨਹੀਂ ਉਸ ਗੱਲ ਤੋਂ ਮਨਕਰ। ਹਰ ਇੱਕ ਕਰਨ ਨੂੰ ਮੈਂ ਤਿਆਰ ਆ, ਹੋਵੇ ਕੰਮ ਸੱਚਾ। ਨਾ ਮੈਂ ਕਿਸੇ ਨਾ ਵੀ ਸੱਚ ਵਾਸਤੇ ਕੰਮ ਹੋ, ਮੈਂ ਉਸ ਗੱਲ ਤੋਂ ਮੁੱਕਰਦਾ ਨਹੀਂ। ਝੂਠ ਵਾਸਤੇ ਮੈਂ ਕਿਸੇ ਵਾਸਤੇ ਵੀ ਨਹੀਂ ਕਰਦਾ। ਯਾਨੀ ਜੇ ਬੱਬਰ ਖਾਲਸਾ ਤੁਹਾਨੂੰ ਕੋਈ ਕੰਮ ਕਰਨ ਨੂੰ ਕਹੂ ਜਾਂ KLF ਕਰਨ ਨੂੰ ਕਹੂ, ਤੁਸੀਂ ਕਰੋਗੇ ਜਾਂ ਕੀਤਾ ਤੁਸੀਂ? ਨਹੀਂ, ਮੈਂ ਕੀਤਾ ਨਹੀਂ, ਮੈਂ ਕਰੂੰਗਾ। ਜੇ ਕੋਈ ਕੰਮ ਹੋਊਗਾ ਨਾ ਵਾਕਿਆ ਹੱਕ ਸੱਚ ਦਾ, ਸਰਕਾਰ ਨਹੀਂ ਉਸ ਚੀਜ਼ ਦੇ ਉੱਤੇ ਪੂਰੀ ਉਤਰਦੀ, ਤੇ ਫਿਰ ਆਪਣੇ 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 ਜੋ ਹੈ ਨਾ ਆਪਣੇ ਜ਼ੋਰ ਦੇ ਉੱਤੇ ਉਸ ਗੱਲ ਦਾ ਹੈ ਨਾ ਵੀ ਫਿਰ ਉਹ ਲਿਆ ਜਾਊਗਾ ਇਨਸਾਫ। ਤੇ ਤੁਸੀਂ ਜਿਹੜੀਆਂ ਫਰੌਤੀਆਂ ਮੰਗਦੇ ਸੀ, ਅਗਵਾਹ ਕਰਦੇ ਸੀ ਲੋਕਾਂ ਨੂੰ, ਉਹ ਤਾਂ ਜੱਗ ਜ਼ਾਹਰ ਹੈ। ਪਰਮੇਸ਼ ਵਰਮਾ ਦਾ ਕਾਂਡ, ਦਿਲਪ੍ਰੀਤ ਨਾਲ ਤੁਹਾਡੀ ਯਾਰੀ ਸੀ, ਉਹ ਕੀਤਾ? ਨਹੀਂ, ਧੱਕਾ ਨਹੀਂ ਸੀ ਉਹ? ਪਰਮੇਸ਼ ਵਾਲੇ ਕੰਮ 'ਚ ਮੈਂ ਨਾਲ ਨਹੀਂ ਸੀਗਾ। ਹਾਂ, ਪਰਮੇਸ਼ ਵਾਲਾ ਕੰਮ ਧੱਕਾ ਨਹੀਂ ਸੀ? ਪਰਮੇਸ਼ ਵਾਲੇ ਕੰਮ 'ਚ ਮੈਂ ਨਾਲ ਨਹੀਂ ਸੀਗਾ, ਪਰ ਇੰਨੀ ਗੱਲ ਇਹ ਵੀ ਜਦੋਂ ਕੋਈ ਬੰਦਾ ਫਰਾਰ ਹੁੰਦਾ ਹੈ ਨਾ, ਉਹਨੂੰ ਪੈਸਾ ਦੀ ਲੋੜ ਹੁੰਦੀ ਹੈ, ਕਿਸੇ ਨਾ ਕਿਸੇ ਬੰਨੇ ਨਾ ਬੰਦੇ ਨੇ ਪੂਰੇ ਕਰਨੇ ਹੁੰਦੇ ਆ। ਇੰਨੀ ਗੱਲ ਜ਼ਰੂਰ ਹੈ ਵੀ ਕੋਈ ਬੰਦਾ ਹੋਵੇ 2 ਨੰਬਰ ਹੀ ਹੋਵੇ ਨਾ, ਜਿਹਨੇ 2 ਨੰਬਰ ਨਾਲ ਕਮਾਏ ਹੋਣ, ਉਹਦੇ ਤੇ ਕਿਤੇ ਲੈ ਲਏ ਹੋਣਗੇ, ਪਰ ਕਿਸੇ ਮਾੜੇ ਬੰਦੇ, ਮਾੜੇ ਮਾਤੜ ਤੋਂ ਨਹੀਂ ਲਏ। ਅਸੀਂ ਤੇ ਪਰਮੇਸ਼ ਵਰਮਾ ਨੇ 2 ਨੰਬਰ ਦੇ ਪੈਸੇ ਬਣਾਏ ਸੀ? ਨਹੀਂ, ਮੈਂ ਉਹ ਵਾਲੇ ਕੇਸ 'ਚ ਨਾਲ ਹੀ ਨਹੀਂ ਸੀਗਾ। ਨਹੀਂ, ਜਿਹੜੇ ਸਿੰਗਰਸ ਨੇ, ਪੰਜਾਬੀ ਇੰਡਸਟਰੀ ਹੈ ਫਿਲਮਾਂ ਦੀ, ਸਿੰਗਰਾਂ ਦੀ, ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ। ਗਿੱਪੀ ਗਰੇਵਾਲ, ਕਦੇ ਕੋਈ ਇਮੀਗ੍ਰੇਸ਼ਨ ਵਾਲਾ, ਤੁਸੀਂ ਮੰਗਦੇ ਰਹੇ ਹੋ ਪੈਸੇ ਉਹਨਾਂ ਤੋਂ? ਮੇਰੀ ਕੋਈ ਵੀ ਬੰਦਾ ਕੋਈ ਇਸ ਚੀਜ਼ ਦੇ ਉੱਤੇ ਹੈ ਨਾ ਵੀ ਵਾਕਿਆ ਮੈਂ ਤੁਹਾਨੂੰ ਆਖਣ ਦਿਆਂ, ਮੈਂ ਮੁਕਰਦਾ ਥੋੜੀ ਕਿ ਮੈਂ ਪੈਸੇ ਨਹੀਂ ਲਏ, ਪਰ ਮੈਂ ਉਸੇ ਇਹੋ ਜਿਹੇ ਬੰਦਿਆਂ ਤੋਂ ਕਿਸੇ ਤੋਂ ਵੀ ਨਹੀਂ ਲਏ ਜਿਹੜੇ ਕਿਸੇ ਦੀ 2 ਨੰਬਰ ਦੀ ਕਮਾਈ ਨਹੀਂਗੀ। ਮੈਂ 1 ਨੰਬਰ ਵਾਲੇ ਬੰਦੇ ਤੋਂ ਕਦੀ ਕਿਸੇ ਤੋਂ ਪੈਸੇ ਹੀ ਨਹੀਂ ਮੰਗੇ। ਕਿਹੜੇ ਸਿੰਗਰ ਤੋਂ ਐਕਸਟੋਰਸ਼ਨ ਕੀਤੀ ਹੈ ਤੁਸੀਂ? ਸਿੰਗਰਾਂ ਤੋਂ ਐਕਸਟੋਰਸ਼ਨ ਕੀਤੀ ਹੈ ਨਾ, ਕਿਹੜਿਆਂ ਤੋਂ ਕੀਤੀ ਹੈ? ਬਹੁਤ ਸਾਰਿਆਂ ਨੇ ਪੈਸੇ ਦਿੱਤੇ ਨੇ ਤੁਹਾਨੂੰ, ਚੁੱਪ-ਚੁਪੀਤੇ ਵੀ। ਮੈਂ ਨਹੀਂ ਕਿਸੇ ਤੋਂ ਵੀ ਕੀਤੀ, ਪਰ ਪੁਲਿਸ ਵਾਲਿਆਂ ਨੂੰ ਪੁੱਛੇ ਜਿਨ੍ਹਾਂ ਨੇ ਕੀਤੀ ਆ, ਉਹਨਾਂ ਨੇ ਕਿੰਨੇ ਤੋਂ ਕੀਤੀ ਆ। ਉਹ ਸਗੋਂ ਸਾਡਾ ਨਾਂ ਲੈ ਕੇ ਨਾ, ਮਹਾਰਾਸ਼ਟਰ ਦੇ ਵਿੱਚ ਪੁਲਿਸ ਵਾਲਾ ਫੜਿਆ ਗਿਆ ਇੱਕ, ਜਿਹੜਾ LCB ਦਾ ਇੰਚਾਰਜ ਸੀਗਾ, ਉਹਨੇ ਸਾਡੇ ਨਾਂ ਦੀਆਂ ਫੇਕ ਆਈਡੀਆਂ ਬਣਾ ਕੇ, ਫੇਕ ਕਾਲਾਂ ਕਰਕੇ ਨਾ ਸਾਡੇ ਨਾਂ ਦੇ ਉੱਤੇ ਅਗਰਾਈ ਕਰਦਾ ਰਿਹਾ। ਹੁਣ ਕੀ ਪਤਾ ਕਿਹਦੇ ਤੇ ਕਰਦਾ ਰਿਹਾ, ਉਹਦੇ ਤੇ ਮਕੋਕਾ ਲੱਗਾ ਏ ਮਹਾਰਾਸ਼ਟਰ ਦੇ, ਹੈ ਨਾ ਵੀ ਉਹ ਇੱਕ ਧਾਰਾ ਹੈ ਮਕੋਕਾ ਦੀ, ਉਹ ਲੱਗਾ ਏ ਉਹਦੇ ਵਿੱਚ, ਹੈ ਨਾ ਵੀ ਉਹ ਸਾਰਾ ਉਹ ਹੈ ਨਾ ਪੂਰਾ ਨੈਟਵਰਕ ਬਸਟ ਕੀਤਾ ਬਾਅਦ ਪੁਲਿਸ ਨੇ। ਉਹ ਸਾਡਾ ਨਾਲ ਕੇ 40 ਸਿੰਮਾਂ ਉਹਦੇ ਕੋਲੋਂ ਫੜੀ। ਨਹੀਂ, ਇਹ ਤੁਸੀਂ ਆਪਣੀ ਉਹ ਸਾਰੇ ਗੈਂਗਸਟਰ ਲਾਣੇ ਨੂੰ ਸਿਰਫ ਡਿਫੈਂਡ ਕਰਨ ਦੇ ਲਈ ਗਾਇਕਾਂ ਤੋਂ ਪੈਸੇ ਨਹੀਂ ਲਏ ਨੇ। FIRਾਂ ਨੇ, ਪਰਮੇਸ਼ ਵਰਮਾ ਤੇ ਅਟੈਕ ਹੋਇਆ, ਉਹ ਠੀਕ ਸੀਗਾ? ਉਹ ਦੱਸੋ ਕਿਹੜੇ ਉਹ ਤੇ ਇਨੋਸੈਂਟ ਬੰਦੇ ਨੇ, ਉਹਨਾਂ ਤੇ ਕਿਉਂ ਅਟੈਕ ਕੀਤਾ? ਫਿਰ ਤੁਹਾਡਾ ਥਾਟ ਕੀ ਹੈਗਾ? ਤੁਸੀਂ ਕਿਹੜੀ ਗੱਲ ਨੂੰ ਮੰਨਦੇ ਹੋਗੇ? ਯਾਨੀ ਕਿਸੇ ਨੂੰ ਵੀ ਟਾਰਗੇਟ ਕਰੋਗੇ ਜੇ ਪੈਸੇ ਚਾਹੀਦੇ ਨੇ? ਨਹੀਂ, ਮੈਂ ਤੇ ਜਿਹੜਾ ਕੋਈ ਬੰਦਾ ਕਿਸੇ ਨੂੰ ਵੀ ਟਾਰਗੇਟ ਕਰੂਗਾ ਨਾ, ਮੈਂ ਤੇ ਉਹਨੂੰ ਸਹੀ ਮੰਨਦਾ ਹੀ ਨਹੀਂਗਾ। ਹਾਂ, ਇੰਨੀ ਗੱਲ ਹੈ ਵੀ ਜੇ ਕੋਈ ਬੰਦਾ ਗਲਤ ਏ ਤੇ ਉਹ ਉਹਦੇ ਕੋਲੋਂ, ਜੇ ਪੁਲਿਸ ਵਾਲੇ, ਹੁਣ ਅਸੀਂ ਤੇ ਫੇਰ ਵੀ ਕੋਈ ਨਾ, ਸਾਡੀ ਕੋਈ ਨਾ ਇੱਕ ਲਾਈਨ ਹੈਗੀ ਆ ਕਿ ਇਸ ਬੰਦੇ ਕੋਲੋਂ ਲੈਣੇ, ਇਸ ਬੰਦੇ ਕੋਲ ਨਹੀਂ ਲੈਣੇ। ਤੇ ਪੁਲਿਸ ਵਾਲਿਆਂ ਕੋਲ ਤੇ ਹਮੇਸ਼ਾ ਇਹੋ ਹੀ ਲੈਣੇ ਕਿ ਜਿਹੜਾ ਕੋਈ ਮਾਤੜ, ਜਿਹੜਾ ਕੋਈ ਨਹੀਂ ਕੁਛ ਕਰ ਸਕਦਾ, ਹਮੇਸ਼ਾ ਲੈਂਦੇ ਉਹਦੇ ਕੋਲ। ਸਾਡੇ ਕਹਿਣਾ ਵੀ ਜੇ ਅਸੀਂ ਕੁਛ ਕਰਨ ਜੋਗੇ ਹੈਗੇ ਤੇ ਅਸੀਂ ਸਾਹਮਣੇ ਪੁਲਿਸ ਦੇ ਆ ਕੇ ਖਲੋ ਗਏ ਆ। ਜਿਹੜਾ ਕੋਈ ਨਹੀਂ ਕਰਨ ਜੋਗਾ, ਉਹ ਵਿਚਾਰਾ ਦਈ ਜਾਂਦਾ, ਕੁੱਟ ਵੀ ਖਾਂਦਾ ਤੇ ਦਿੰਦਾ ਵੀ ਆ। ਤੁਸੀਂ ਕਿੰਨਾ ਤੋਂ, ਜੇ ਮੈਂ ਪੁੱਛਾਂ, ਰਿੰਦੇ ਨੇ ਕਿਹਦੇ ਤੋਂ ਪੈਸੇ ਲਏ ਨੇ ਤੁਸੀਂ? ਐਕਸਟੋਰਸ਼ਨ ਮਨੀ ਕਿੰਨਾ ਤੋਂ ਲਈ? ਜਿਹੜੇ ਤੁਸੀਂ ਕਹਿੰਦੇ 2 ਨੰਬਰ ਦੇ ਬੰਦੇ ਨੇ, ਕਿਤੋਂ ਲਈ? ਉਹ ਬੜਿਆਂ ਤੋਂ ਲਈ ਆ। ਹੁਣ ਜਿਹੜਾ ਕੋਈ ਪੁਲਿਸ ਨੇ ਮੇਰੇ ਤੇ FIRਾਂ ਕੀਤੀਆਂ ਵਾ, ਤੇ ਜੇ ਨਹੀਂ ਕੀਤੀਆਂ ਬਾਅਦ ਪੁਲਿਸ ਜਾ ਕੇ ਉਹਨਾਂ ਨੂੰ ਤੰਗ ਕਰੇਗੀ। ਕਿੰਨਿਆਂ ਤੋਂ? ਵੈਸੇ ਚਲੋ ਤੁਸੀਂ ਜੇ ਨਾਂ ਨਹੀਂ ਲਾਉਣਾ ਚਾਹੁੰਦੇ, ਪਹਿਲਾਂ ਤਾਂ ਦੱਸੋ ਜਿਨ੍ਹਾਂ ਦੀ ਜਿਹੜੀਆਂ FIRਾਂ ਨੇ, ਕਿੰਨੇ ਪੈਸੇ ਮੰਗਦੇ ਹੋਗੇ? ਕਿਉਂ ਮੰਗਦੇ ਹੋ? ਨਹੀਂ, ਜਦੋਂ ਆਪਣਾ ਬੰਦਾ ਫਰਾਰ ਹੁੰਦਾ, ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਆਪਣਾ ਟਾਈਮ ਕੱਟਣਾ ਹੈ ਨਾ।
ਤੇ ਜਿਹੜੀ ਗੱਲ ਹੈ ਨਾ ਵੀ ਤੁਸੀਂ ਸਾਡੇ ਕੋਲੋਂ ਆਹ ਗੱਲ ਪੁੱਛ ਰਹੇ ਹੋ, ਮੈਂ ਤੇ ਇਸ ਗੱਲ ਦਾ ਹੈ ਨਾ ਵੀ ਆਹ ਗੱਲ ਨੂੰ ਮੰਨ ਵੀ ਰਿਹਾ ਵੀ ਅਸੀਂ ਮੰਗੀਆਂ ਲਈਏ ਕਰਕੇ। ਤੁਸੀਂ ਇੱਕ ਵਾਰ ਹੁਣ ਹੈ ਨਾ ਵੀ ਜਿੰਨੇ ਮੈਂ ਸੱਚ ਹੈ ਨਾ ਵੀ ਜਿੰਨੀ ਸੱਚ ਮੈਂ ਗੱਲ ਆਖੀ ਹੈ, ਇਸ ਗੱਲ ਦਾ ਹੁਣ ਹੈ ਨਾ ਵੀ ਜਿਨ੍ਹਾਂ ਨੇ ਓਥ ਲਈ ਹੈ ਪੁਲਿਸ ਵਾਲਿਆਂ ਨੇ, ਹੁਣ ਆਹ ਗੱਲ ਉਹਨਾਂ ਤੋਂ ਵੀ ਪੁੱਛਿਓ ਨਾ ਵੀ ਤੁਸੀਂ ਕਿਹੜਾ ਕਿਹੜਾ ਕ੍ਰਾਈਮ ਕੀਤਾ ਹੈ। ਮੈਂ ਮੰਨਦਾ ਹੈ ਵੀ ਮੈਂ ਕੀਤਾ ਹੈ। ਕੋਈ ਹੈ ਨਾ ਵੀ ਜੇ ਤੁਸੀਂ ਕਹਿੰਦੇ ਹੈ ਨਾ ਵੀ ਸਰੈਂਡਰ ਨਹੀਂ ਕਰਦਾ, ਵੀ ਆਪਾਂ ਜੋ ਗੱਲ ਕਰ ਰਹੇ ਤੁਸੀਂ ਸਰੈਂਡਰ ਨਹੀਂ ਕਰਦਾ, ਸਰੈਂਡਰ ਕਰੀਏ ਕਿਹਦੇ ਕੋਲ? ਵੀ ਤੁਸੀਂ ਜਿਹੜੀ ਹੈ ਨਾ ਸਾਡੀ ਪੰਜਾਬ ਦੀ ਸਟੇਟ ਹੈ ਨਾ, ਇਹ ਪੁਲਿਸ ਸਟੇਟ ਹੈ, ਇਹ ਹੈ ਨਾ ਵੀ ਇਹਦੇ ਵਿੱਚ ਜੱਜਾਂ ਦੀ ਤੇ ਚੱਲਦੀ ਕੋਈ ਨਹੀਂ ਗੀ। ਇੱਕ ਵਾਰ ਤੁਸੀਂ ਉਹਨਾਂ ਨੂੰ ਤੁਸੀਂ ਨਾ ਬੜੇ ਆਪਣਾ ਦੁਨੀਆ ਦੇਖੀ ਨਹੀਂ, ਤੁਸੀਂ ਜੇ ਸਰੈਂਡਰ ਕਰਨਾ, ਕੀ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਦੇ ਡੀਜੀਪੀ ਨੂੰ ਕਹੋ ਤੁਸੀਂ ਇੱਥੇ ਕਿ ਮੈਂ ਸਰੈਂਡਰ ਕਰਨਾ ਚਾਹੁੰਦਾਗਾ, ਜਿੱਥੇ ਵੀ ਹੋ ਤੁਸੀਂ ਆ ਜਾਓ? ਪੰਜਾਬ ਦੇ ਡੀਜੀਪੀ ਦੇ ਵਾਸੀ ਕੁਛ ਨਹੀਂਗਾ। ਜਿਹੜਾ ਹੈ ਨਾ ਜਿੱਦਾਂ ਅਮਰੀਕਾ ਦੀ ਪਾਲਿਸੀ ਪੈਂਟਾਗਨ ਚ ਬਣਦੀ ਹੈ ਨਾ, ਤੇ ਜਿਹੜੀ ਪੰਜਾਬ ਦੀ ਪਾਲਿਸੀ ਹੈ ਨਾ ਇਹ ਨਿਊ ਦਿੱਲੀ ਬਣਦੀ ਹੈ। ਉੱਥੇ ਜਿਹੜਾ ਰੌ ਦਾ ਆਫਿਸ ਹੈ ਸੀਜੀਓ ਕੰਪਲੈਕਸ ਪ੍ਰਗਤੀ ਵਿਹਾਰ, ਉੱਥੇ ਬਣਦੀ ਪੰਜਾਬ ਦੀ ਪਾਲਿਸੀ ਹਮੇਸ਼ਾ। ਇਹ ਹੁਣ ਹੈ ਨਾ ਗੈਂਗਸਟਰ ਜਿਹੜੇ ਆ 10 ਸਾਲਾਂ ਤੋਂ ਆ ਤੁਸੀਂ ਲਾ ਲਓ ਵੀ ਜਿਹੜਾ ਪਿੱਛੇ ਇੱਕ ਆਪਣੇ ਆਪ ਹੀ ਨਾ ਜੋੜ ਲਿਆ, ਕਿਸੇ ਨੇ ਆਪ ਤੇ ਜੋੜਿਆ ਨਹੀਂ, ਪੁਲਿਸ ਨੇ ਇੱਕ ਮਾਰਨ ਦਾ ਤਰੀਕਾ ਬਣਾਇਆ ਗਿਆ। ਇਹ ਤੋਂ ਪਹਿਲਾਂ ਪਿਛਲਾ ਜਿਹੜਾ ਹੈ ਨਾ ਵੀ 10 ਸਾਲ ਸੀਗੇ ਉਹ ਨਸ਼ੇ ਨੇ ਖਾ ਲਏ, ਉਸ ਤੋਂ ਪਹਿਲਾਂ ਹੈ ਨਾ ਖਾੜਕੂਵਾਦ ਨੇ ਖਾ ਲਏ। ਵੀ ਪੰਜਾਬ ਦੀ ਜਿਹੜੀ ਪਾਲਿਸੀ ਹੈ ਨਾ, ਗੈਂਗਸਟਰਾਂ ਦੇ ਲਈ ਤੁਸੀਂ ਹੁਣ ਪੈਂਟਾਗਨ ਤੇ ਰੌ ਤੱਕ ਚਲੇ ਗਏ। ਗੈਂਗਸਟਰ ਵੀ ਤੱਕ ਜਿਹੜੇ ਕ੍ਰਾਈਮ ਕਰਦੇ ਨੇ, ਇੱਥੇ ਬਹੁਤ ਸਾਰੇ ਇਨੋਸੈਂਟ ਲੋਕਾਂ ਦੇ ਕਤਲ ਹੋਏ ਨੇ, ਉਹਦੇ ਤੇ ਕੁਛ ਤਾਂ ਕਰੂ ਪੁਲਿਸ। ਬਹੁਤ ਸਾਰੇ ਲੋਕਾਂ ਨੇ ਸਰੈਂਡਰ ਕੀਤਾ ਹੈ, ਨਹੀਂ ਹੈ ਕਿ ਸਾਰੇ ਸਰੈਂਡਰ ਵਾਲੇ ਮਾਰੇ ਗਏ, ਬੜੇ ਲੋਕਾਂ ਨੇ ਸਰੈਂਡਰ ਕੀਤਾ। ਤੁਸੀਂ ਪਹਿਲਾਂ ਜਿਹਨੇ ਕਿਸੇ ਨੇ ਕੀਤਾ ਹੈ ਨਾ, ਪਹਿਲਾਂ ਉਹਦਾ ਕਾਰਨ ਤੇ ਜਾ ਕੇ ਕਰਾਂ ਪਤਾ ਕਰੋ ਨਾ ਵੀ ਕਾਰਨ ਹੋਇਆ ਕੀ ਹੈ। ਜਦੋਂ ਕਿਸੇ ਨੂੰ ਇਨਸਾਫ ਨਹੀਂ ਨਾ ਮਿਲਦਾ, ਜਦੋਂ ਕੋਈ ਅਗਲਾ ਹੈ ਨਾ ਦੇਖਦਾ ਵੀ ਇੱਕ ਬੰਦਾ ਜਿਹੜਾ ਇਨਸਾਫ ਲੈਣ ਜਾਂਦਾ ਉਹ ਤਰਲੇ ਮਾਰਦਾ, ਤੇ ਜਿਹੜਾ ਧੱਕਾ ਕਰਦਾ ਉਹ ਲਾਤੇ ਲੱਤ ਰੱਖ ਕੇ ਥਾਣੇ ਕੁਰਸੀ ਤੇ ਬੈਠਾ ਹੁੰਦਾ, ਫਿਰ ਅਗਲਾ ਬੰਦਾ ਪੰਜਾਬ ਦਾ ਜਿਹੜਾ ਲਹੂ ਹੈ ਨਾ ਇਹ ਗੈਰਤਮੰਦ ਹੈ। ਜਦੋਂ ਨਹੀਂ ਇਨਸਾਫ ਮਿਲਦਾ ਫਿਰ ਆਪਣੇ ਤਰੀਕੇ ਨਾਲ ਲੈਂਦਾ ਹੈ। ਨਹੀਂ, ਤੁਸੀਂ ਇੱਕ ਵਾਰ ਆਪਸ਼ਨ, ਮੈਂ ਕਹਿ ਰਿਹਾਗਾ ਕਿ ਤੁਸੀਂ ਇਹ ਗੱਲ ਕਹਿਣ ਨੂੰ ਤਿਆਰ ਕਿਉਂ ਨਹੀਂ? ਆਪਸ਼ਨ ਤਾਂ ਰੱਖੋ ਨਾ, ਜੇ ਕੋਈ ਧੱਕਾ ਕਰੂ ਪਤਾ ਲੱਗੂਗਾ। ਤੁਸੀਂ ਸਾਰੇ ਲੋਕਾਂ ਸਾਹਮਣੇ ਕਹਿ ਰਹੇ ਹੋ, ਤੁਸੀਂ ਇਹ ਚਾਹੁੰਦੇ ਹੋ ਕਿ ਹਾਂ ਤੁਸੀਂ ਸਰੈਂਡਰ ਕਰਨਾ ਚਾਹੁੰਦੇ ਹੋ, ਤੁਸੀਂ ਕਹਿਣਾ ਚਾਹੁੰਦੇ ਹੋ ਡੀਜੀਪੀ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ, ਸਰਕਾਰ ਨੂੰ? ਮੈਂ ਸਰੈਂਡਰ ਕਰਨ ਨੂੰ ਤਿਆਰ ਹਾਂ, ਪਰ ਪਹਿਲਾਂ ਇਨਸਾਫ ਤੇ ਲੈ ਕੇ ਦਿਓ ਨਾ ਕਿ ਕੋਈ ਪੰਜਾਬ ਦੇ ਵਿੱਚ ਨਵਾਂ ਕੋਈ ਆਪਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ। ਤੁਹਾਨੂੰ ਤੁਸੀਂ ਹੈ ਨਾ ਵੀ ਆਫ ਦੀ ਰਿਕਾਰਡ ਤੁਸੀਂ ਦੱਸੋ ਹੈ ਨਾ ਵੀ ਬਿਨਾਂ ਹੈ ਨਾ ਵੀ ਕਿਸੇ ਕਾਗਜ਼ਾਂ ਤੋਂ ਤੁਸੀਂ ਦੱਸੋ ਵੀ ਜਿਹੜਾ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਜਿੱਦਣ ਮਰਦੀ ਏ ਉਹਦੇ ਤੋਂ ਬਾਅਦ ਕੀ ਹੋਇਆ, ਤੁਹਾਨੂੰ ਨਹੀਂ ਪਤਾ? ਨਹੀਂ, ਉੱਥੇ ਕਤਲੇਆਮ ਹੋਇਆ ਹੈ, ਉਹਨੂੰ ਹੈ ਨਾ ਦੰਗੇ ਕਹਿੰਦੇ, ਜਿਹੜਾ ਕਿ ਜੈਨੋਸਾਈਡ ਸੀਗਾ। ਉਹਦੇ ਤੋਂ ਬਾਅਦ ਤੁਸੀਂ ਪੰਜਾਬ ਦੇ ਕਈ ਘਰਾਂ 'ਚ ਜਾ ਕੇ ਆਏ ਆ ਜਿਹਦੇ ਵਿੱਚ ਪੁਲਿਸ ਨਹੀਂ ਰਹਿੰਦੇ। ਮੈਂ ਇੱਕ ਤੁਹਾਡੀ ਸ਼ੁਰੂਆਤ ਹੁੰਦੀ ਹੈ 2008 'ਚ, ਹੈ ਨਾ, ਮੈਂ ਤੁਹਾਡੇ ਤੇ ਪੁੱਛਦਾ ਕਿ ਤੁਸੀਂ ਇਹ ਲੜਾਈ ਇੱਕ ਉਹ ਕ੍ਰਾਈਮ ਦੇ ਕੇਸਾਂ ਦੀ ਹੈ, ਕਿਉਂਕਿ ਜਾਂ ਤੁਸੀਂ ਵੱਡੀ ਲੜਾਈ ਫਿਰ ਇਹ ਖਾਲਿਸਤਾਨ ਨਾਲ ਜਾ ਕੇ ਉਹ ਸਾਰੀਆਂ ਗੱਲਾਂ ਨਾਲ ਜੋੜਦੇ ਹੋ? ਇਹੀ ਤਾਂ ਕਹਿ ਰਹੇ ਨੇ ਉਹ ਕਿ ਤੁਹਾਡੇ ਬੱਬਰ ਖਾਲਸਾ, ਜੇ ਤੁਸੀਂ ਉਹਦੇ ਨਾਲ ਜੋੜਦੇ ਹੋ, ਜਾਂ ਤੁਸੀਂ ਇੱਕ ਸਿੰਪਲ ਕ੍ਰਿਮੀਨਲ ਹੋ ਜਿਹਤੋਂ ਕ੍ਰਾਈਮ ਹੋ ਗਿਆ, ਜਿਹੜਾ ਸਰੈਂਡਰ ਕਰਨਾ ਚਾਹੁੰਦਾ ਹੈ? ਮੈਂ ਤੁਹਾਨੂੰ ਆਖਣ ਦਿਆ ਵੀ ਜਿਹੜਾ ਹੈ ਨਾ ਪੁਲਿਸ ਨੇ ਗੈਂਗਸਟਰਾਂ ਨਾਲ ਜੋੜਤਾ। ਗੈਂਗਸਟਰ ਆ ਨਾ ਵੀ ਲਫ਼ਜ਼ ਹੈ ਜਿਹੜਾ 2015-16 ਹੀ ਪਤਾ ਲੱਗਾ ਕੋਈ ਹੈਗਾ ਕਰਕੇ। ਮੇਰੀ ਤੇ ਜਿਹੜੀ ਲੜਾਈ ਹੈ ਨਾ, ਮੈਂ ਜੇਲ੍ਹ ਦੇ ਵਿੱਚ ਸੀਗਾ ਤੇ ਉੱਥੇ ਪਹਿਲੀ ਵਾਰ ਮੈਂ ਜਾ ਕੇ ਹੈ ਨਾ 2009 ਦੇ ਵਿੱਚ ਮੈਂ ਹੈ ਨਾ ਬੁੱਕ ਪੜ੍ਹੀ ਮਨੁੱਖੀ ਅਧਿਕਾਰਾਂ ਦੀ, ਤੇ ਮੈਂ ਉਹ ਜਿਵੇਂ ਪਹਿਲਾਂ ਤੇ ਮੈਨੂੰ ਇਹਨਾਂ ਕੋਲ ਪਤਾ ਨਹੀਂ, ਮੈਂ ਜਾ ਕੇ ਉੱਥੇ ਬੁੱਕ ਪੜ੍ਹੀ, ਮੈਂ ਕਿਹਾ ਵੀ ਹਿਊਮਨ ਰਾਈਟਸ ਕਿਹੜੇ ਕਿਹੜੇ ਆ। ਜਦੋਂ ਮੈਂ ਦੇਖਿਆ ਸਾਡੇ ਹੱਕ ਕਿਹੜੇ ਕਿਹੜੇ ਆ, ਤੇ ਉੱਥੇ ਜਾ ਕੇ ਜਦੋਂ ਉਸ ਚੀਜ਼ਾਂ ਨੂੰ ਮੈਂ ਨਾ ਵੀ ਚਾਹਿਆ ਵੀ ਮੇਰੇ ਤੇ ਵੀ ਉਹ ਲਾਗੂ ਹੋਣ ਜਿਹੜੇ ਇੱਕ ਮਨੁੱਖੀ ਅਧਿਕਾਰ ਆ, ਤੇ ਪੁਲਿਸ ਨੇ ਫਿਰ ਉੱਥੇ ਦੱਸਿਆ ਵੀ ਇਹ ਸਿਰਫ ਹੈ ਨਾ ਕਿਤਾਬਾਂ ਦੇ ਵਿੱਚ ਲਿਖੀਆਂ ਗੱਲਾਂ, ਇਹ ਤੁਹਾਨੂੰ ਮਿਲ ਨਹੀਂ ਸਕਦੀਆਂ। ਵੀ ਉਹ ਉਸ ਗੱਲ ਤੋਂ ਹੈ ਨਾ ਵੀ ਮੈਂ ਜਿਹੜੇ 7 ਸਾਲ ਹੰਡਾਏ ਨਾ ਜੇਲ੍ਹ ਦੇ ਵਿੱਚ, ਉਹਨਾਂ ਇਸ ਚੀਜ਼ ਨੂੰ ਪੱਕਾ ਕਰਤਾ ਵੀ ਕੋਈ ਇਹ ਇੱਕ ਅਫਸਰ ਦੀ ਨਹੀਂਗੀ ਜ਼ਬਾਨੀ ਜਾਂ ਇੱਕ ਅਫਸਰ ਦਾ ਵਤੀਰਾ ਨਹੀਂਗਾ। ਇਹ ਜਿੰਨੀ ਹੈਗੀ ਨਾ ਵੀ ਪੰਜਾਬ ਦੀ ਪੁਲਿਸ ਹੈ, ਉਸ ਤੋਂ ਬਾਅਦ ਜਿਹੜੀ ਬਿਊਰੋਕਰੇਟ ਹੈ, ਜਿੰਨੇ ਬਿਊਰੋਕਰੇਟ ਹੈ, ਜਿੰਨੇ ਪੋਲੀਟੀਸ਼ੀਅਨ ਆ, ਇਹ ਇਹਨਾਂ ਦਾ ਇੱਕ ਮਾਈਂਡਸੈਟ ਬਣਿਆ ਹੈ ਖਾਸ ਕਰਕੇ ਪੰਜਾਬ ਵਾਸਤੇ। ਵੀ ਤੁਸੀਂ ਫਿਰ ਵੀ ਤੁਸੀਂ ਆਪਸ਼ਨ, ਮੈਂ ਕਹਿ ਰਿਹਾਗਾ ਤੁਹਾਡਾ, ਮੰਨ ਲਓ ਜੇ ਆਪਸ਼ਨ ਤੁਸੀਂ ਰੱਖਣਾ ਚਾਹੁੰਦੇ ਹੋ ਇਹ ਗੱਲ, ਉਹ ਤਾਂ ਬਹੁਤ ਇਨਸਾਫ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਜਾਂ ਤੁਹਾਨੂੰ ਲੱਗਦਾ ਜਦੋਂ ਤੱਕ ਉਹ ਨਹੀਂ ਹੁੰਦਾ ਤੁਸੀਂ ਸਰੈਂਡਰ ਨਹੀਂ ਕਰਨਾ ਹੈਗਾ? ਮੈਂ ਰੱਖਦਾ, ਮੈਂ ਸਰੈਂਡਰ ਕਰਨ ਨੂੰ ਤਿਆਰ ਹਾਂ। ਮੈਂ ਇਕੱਲਾ ਸਰੈਂਡਰ ਨਹੀਂ, ਮੈਂ ਆਪਣੇ ਗੁਨਾਹ ਕਬੂਲ ਕਰਦਾ ਵਾਂ, ਪਰ ਅਗਲੇ ਬੰਨੇ ਹੈ ਨਾ ਮੈਨੂੰ ਦਿਖੇ ਤੇ ਸਹੀ ਮੈਂ ਸਰੈਂਡਰ ਕਿਹਨਾਂ ਤੋਂ ਕਰਦਾ। ਜਿਹੜੀ ਪਿਛਲੀ ਲੈਣ ਲੱਗੀ ਹੈ ਵੀ ਇੰਨੇ ਕਤਲੇਆਮ ਹੋਇਆ, ਇੰਨੀ ਕਰੂਰ ਤਰੀਕੇ ਨਾਲ ਹੋਇਆ। ਇੱਕ ਆਮ ਬੰਦਾ ਹੈ ਨਾ ਜਿਹੜਾ ਕਿ ਕੋਈ ਹੈ ਨਾ ਵੀ ਵਾਕਿਆ ਜਿਹਦੇ ਮਨ ਦੇ ਵਿੱਚ ਕੋਈ ਕੋਮਲਤਾ ਹੈਗੀ ਆ, ਉਹ ਵਾਲੇ ਜਿਹੜੇ ਹੈ ਨਾ ਵੀ ਲੇਟ 80-90 ਦੇ ਵਿੱਚ ਜਿਹੜੇ ਹੋਏ ਆ ਹੈ ਨਾ, ਜਿਹੜੇ ਮਰਡਰ ਹੋਏ, ਜਿਹੜੇ ਪੁਲਿਸ ਨੇ ਮਰਡਰ ਕੀਤੇ ਆ, ਜੇ ਉਹਨਾਂ ਨੂੰ ਬੰਦਾ ਪੜ੍ਹੇ ਤੇ ਮੈਂ ਸਮਝਦਾ ਉਹ ਬੰਦਾ ਮਾਨਸਿਕ ਤੌਰ ਤੇ ਹਿੱਲ ਜਾਵੇ।
ਵੀ ਉਹ ਜੇ ਉਹਨਾਂ ਦਾ ਲੈ ਦੋ, ਉਹਨਾਂ ਦੇ ਹੈ ਨਾ। ਹੁਣ ਤੁਸੀਂ ਦੱਸੋ ਮੈਨੂੰ ਵੀ ਮੈਂ ਸਰੈਂਡਰ ਕਰਦਾ, ਸਮੇਤ ਸੈਣੀ ਆਪਣੇ ਗੁਨਾਹ ਕਬੂਲ ਕਰਦਾ? ਜਿਹੜਾ ਵਾ ਨਾ, ਤੁਸੀਂ ਦੱਸੋ ਮੈਂ ਹੈ ਨਾ ਵੀ ਤੁਸੀਂ ਸ਼ੁਰੂ ਹੀ ਹੈ ਨਾ ਗਲਤ ਜਗ੍ਹਾ ਤੋਂ ਕਰ ਰਹੇ ਹੋ। ਜਿਹੜਾ ਮੈਂ ਆਇਆ ਵਾ ਨਾ ਇੱਥੇ 2008 ਦੇ ਵਿੱਚ ਅੰਦਰ ਜੇਲ੍ਹ ਚ ਆਇਆ ਵਾ, ਉਦੋਂ ਮੇਰੇ ਆਉਣ ਦਾ ਕਾਰਨ ਹੀ ਇਹੋ ਸੀਗਾ। 2007 ਦੇ ਵਿੱਚ ਨਾ ਨਾਨਕ ਝੀਰੇ ਮੇਲਾ ਸੀਗਾ, ਗੁਰੂ ਨਾਨਕ ਦੇਵ ਜੀ ਦਾ ਜਨਮ ਪੁਰਬ ਸੀਗਾ। ਉੱਥੇ ਪੁਲਿਸ ਵਾਲਿਆਂ ਨੇ ਨਾ ਉੱਥੇ ਆਪਣੇ ਮੇਰੇ ਸ਼ਹਿਰੋਂ ਸੀਗੇ, ਨੰਦੇੜ ਤੋਂ ਮੁੰਡੇ ਸੀਗੇ, ਉਹਨਾਂ ਨੇ 2-4 ਜਿਹੜੇ ਆ ਨਾ ਉੱਥੇ ਵਿਆਹ ਸੀਗਾ, ਉੱਥੇ ਕਿਹੜੇ ਚਪੇੜਾਂ ਦੀ ਬੁੜਾ ਮਾਰਤੀਆਂ। ਤੇ ਪੁਲਿਸ ਵਾਲਿਆਂ ਨੇ ਉਹਨਾਂ ਦੀ ਸਿਰਫ 2-4 ਬੰਦਿਆਂ ਦੀ ਗਲਤੀ ਹੈ ਨਾ, ਜਿਹੜੀ ਜਿੰਨੇ ਉੱਥੋਂ ਹਜੂਰ ਸਾਹਿਬ ਤੋਂ ਨੰਦੇੜ ਤੋਂ ਮੁੰਡੇ ਗਏ ਸੀ ਨਾ ਉੱਥੇ ਮੇਲੇ ਵਾਸਤੇ, ਗੁਰੂ ਨਾਨਕ ਦੇਵ ਜੀ ਗੁਰਪੁਰਬ ਵਾਸਤੇ, ਉਹਨਾਂ ਨੂੰ ਨੰਗਿਆਂ ਕਰਕੇ ਥਾਣੇ ਤੋਂ ਬਾਹਰ ਆ ਨਾ, ਉਹਨਾਂ ਨੂੰ ਇੱਕ ਸਿਰੋਂ ਪਰਨੇ ਲਾ ਕੇ ਤੇੜੋਂ ਕਸ਼ਹਿਰੇ ਨੰਗੇ ਕਰਕੇ ਉਹਨਾਂ ਤੋਂ ਕੁੱਟ ਕੇ ਜਲੀਲ ਕੀਤਾ ਵੀ ਜੇ ਦੁਬਾਰੇ ਕੋ ਸਿੱਖ ਕਰੇਗਾ ਤੇ ਉਹ ਸਾਰੀ ਕਮਿਊਨਿਟੀ ਨੂੰ ਭੁਗਤਣਾ ਪਊਗਾ। ਉਸ ਚੱਕਰ ਦੇ ਵਿੱਚ ਨਾ ਜਦੋਂ ਆਹ ਕੰਮ ਹੋਇਆ ਤੇ ਫਿਰ ਜਦੋਂ ਸਾਨੂੰ ਪੁਲਿਸ ਵਾਲਿਆਂ ਨਾ ਉੱਥੇ ਮਿਲੇ ਤੇ ਉਹਨਾਂ ਦੇ ਜੋ ਸਾਡੇ ਤੋਂ ਸਰਦਾ ਬਣਦਾ ਸੀਗਾ ਗੁੱਸਾ ਸੀਗਾ, ਕਿਉਂਕਿ ਉਹਨਾਂ ਨੇ ਕੀਤਾ ਸੀਗਾ, ਸਿੱਖਾਂ ਦੀ ਦਸਤਾਰਾਂ ਲਾਈਆਂ, ਉਹਦੇ ਵਿੱਚ ਨਾ ਜੋ ਬਣਿਆ ਉਹ ਅਸੀਂ ਪੁਲਿਸ ਵਾਲਿਆਂ ਨੇ ਕੀਤਾ ਨਾ ਵੀ ਉਹ ਕਿਸੇ ਦੀ ਲੱਤ ਬਾਂਹ ਟੁੱਟ ਗਈ। ਉਹਦੇ ਉਸ ਚੱਕਰ ਦੇ ਵਿੱਚ ਮੈਂ ਪੰਜਾਬ ਆਇਆ ਸੀਗਾ। ਤੇ ਜਿਹੜਾ ਮੈਂ ਜੇਲ੍ਹ 'ਚ ਜਾਣ ਦਾ ਕਾਰਨ ਸੀਗਾ, ਜਦੋਂ ਕੋਈ ਚੀਜ਼ ਬਣਦੀ ਹੈ ਨਾ ਇੱਕਦਮ ਬਣ ਕੇ ਨਹੀਂ ਹੈ ਨਾ ਵੀ ਆ ਜਾਂਦੀ ਸਾਹਮਣੇ, ਉਹਨੂੰ ਬਣਨ ਨੂੰ ਤਿਆਰ ਹੈ ਨਾ, ਕੁਝ ਉਹਦੇ ਹੈ ਨਾ ਟਾਈਮ ਲੱਗਦਾ, ਕੁਝ ਉਹਦੇ ਕਾਰਨ ਹੁੰਦੇ ਆ। ਜਦੋਂ ਮੈਂ ਉੱਥੋਂ ਪੰਜਾਬ 'ਚ ਆਇਆ ਤੇ ਪੰਜਾਬ ਦੇ ਵਿੱਚ ਮੇਰਾ ਜੇਲ੍ਹ 'ਚ ਜਾਣ ਦਾ ਜਿਹੜਾ ਕਾਰਨ ਸੀਗਾ ਉਹ ਪੰਜਾਬ ਦੀ ਰਾਜਨੀਤੀ ਸੀਗੀ। ਉਹਦੇ ਤੋਂ ਬਾਅਦ ਜਿਹੜੀ ਹੈ ਨਾ ਪੰਜਾਬ ਦੀ ਪੁਲਿਸ ਉਹਦੀ ਜ਼ਿੰਮੇਵਾਰ ਸੀਗੀ। ਮੈਂ ਖੁਦ ਇਸ ਚੀਜ਼ ਨੂੰ ਥਾਣੇ ਦੇ ਵਿੱਚ ਹੈ ਨਾ ਵੀ ਇਸ ਚੀਜ਼ ਦੇ ਆਪਣੀ ਦਿਨਾ ਹੈਗਾ ਗਵਾਹੀ ਕਿ ਮੈਂ ਮਾਰਿਆ ਮੁੰਡਾ, ਮੇਰੇ ਤੋਂ ਮਰਿਆ ਹੈ, ਆਹ ਇੰਸੀਡੈਂਟ ਹੋਇਆ, ਸੈਲਫ ਡਿਫੈਂਸ ਦੇ ਵਿੱਚ ਮਾਰਿਆ। ਅਸੀਂ ਮੇਲੇ ਉਹਨਾਂ ਦੇ ਪਿੰਡ ਗਏ ਸੀਗੇ ਤੇ ਉਹਨਾਂ ਨੇ ਹੈ ਨਾ ਵੀ ਪਹਿਲੋਂ ਵਾਅਦਾ ਕਰਕੇ ਸਾਡੇ ਤੇ ਹਮਲਾ ਕੀਤਾ ਤੇ ਮੇਰੇ ਕੋਲ ਸ਼੍ਰੀ ਸਾਹਿਬ ਸੀ ਤੇ ਮੇਰੇ ਤੋਂ ਮਰ ਗਿਆ। ਮੈਂ ਆਹ ਵਾਲੇ ਬਿਆਨ ਦਿੱਤੇ, ਜਿਹੜਾ ਮੁੰਸ਼ੀ ਸੀਗਾ ਉਹਨੇ ਬਿਆਨ ਲਿਖ ਲਏ ਤੇ ਜਦੋਂ ਪਿੱਛੋਂ ਬ੍ਰਹਮਪੁਰੇ ਦਾ ਪਤਾ ਨਹੀਂ ਉਹਦੇ ਪੀਏ ਦਾ ਵੀ ਕਿਸੇ ਦਾ ਫੋਨ ਆਇਆ, ਬ੍ਰਹਮਪੁਰੇ ਉਹ ਹਲਕੇ ਦਾ ਨਾ ਵੀ ਐਮਐਲਏ ਪਤਾ ਨਹੀਂ ਐਮਪੀ ਸੀਗਾ, ਵੀ ਉਹਦਾ ਫੋਨ ਆਇਆ ਹੈ। ਉਹਨਾਂ ਨੇ ਉੱਥੇ ਪਾੜ ਕੇ ਤੇ ਉਹਨਾਂ ਨੇ ਜਿਹੜੀ ਨਵੇਂ ਸਿਰੋਂ ਆ ਨਾ ਮੇਰੇ ਬਿਆਨ ਪਾੜ ਕੇ ਐਫਆਈਆਰ ਲਿਖੀ, ਜਿਹਦੇ ਵਿੱਚ ਨਾ 5 ਬੰਦਿਆਂ ਦੇ ਨਾਂ ਆ ਗਏ। ਉਹ 5 ਬੰਦਿਆਂ ਦੇ ਨਾਂ ਆ ਗਏ। ਮੈਂ ਦੁਬਾਰੇ ਹੈ ਨਾ ਜਦੋਂ ਚਾਰਜ ਸ਼ੀਟ ਹੋਈ, ਮੈਨੂੰ ਆਪਣਾ ਜਿਹੜਾ ਐਸਐਚਓ ਸੀਗਾ ਤੇ ਹਰਦੀਪ ਸਿੰਘ, ਮੈਂ ਉਹਨੂੰ ਆਖਿਆ ਜੀ ਮੈਂ ਜਦੋਂ ਗੁਨਾਹ ਕਬੂਲ ਕਰਦਾ, ਤੁਸੀਂ 4 ਜਾਣਿਆਂ ਨੂੰ ਹੋਰ ਮੇਰੇ ਵੰਡੇ ਕਾਹਤੋਂ ਸਜ਼ਾ ਦਿੰਦੇ ਜੇ? ਤੁਸੀਂ ਮੇਰੀ ਜਿਹੜੇ ਮੇਰੇ ਬਿਆਨ ਆ ਨਾ ਮੈਂ ਦਿੰਨਾ ਵੀ ਉਹਦੇ ਕਾਰਨ ਕੀ ਸੀਗੇ ਨਾ ਮਰਡਰ ਹੋਣ ਦੇ, ਵੀ ਮੈਂ ਉਸ ਚੀਜ਼ ਨੂੰ ਕਬੂਲ ਕਰਦਾ, ਤੁਸੀਂ ਮੰਨਦੇ ਕਿਉਂ ਨਹੀਂ ਉਸ ਚੀਜ਼ ਨੂੰ? ਕਹਿੰਦੇ ਮੇਰੇ ਵਾਸ ਦੀ ਗੱਲ ਨਹੀਂ ਗੀ, ਇਹ ਬ੍ਰਹਮਪੁਰਾ ਸਾਹਿਬ ਦੇ ਹਨ ਵੀ ਆਰਡਰ ਹੈ। ਹੁਣ ਉਹਨੇ ਆਪ ਕੀਤੇ, ਉਹਦੇ ਪੀਏ ਨੇ ਕੀਤੇ, ਕਿਉਂਕਿ ਜਿਹੜਾ ਮਰਿਆ ਸੀ ਨਾ ਮੁੰਡਾ ਉਹ ਉਹਦੇ ਪੀਏ ਦਾ ਰਿਲੇਟਿਵ ਸੀਗਾ ਬ੍ਰਹਮਪੁਰੇ ਦੇ। ਵੀ ਉਦੋਂ ਸ਼ੁਰੂ ਹੋਈ। ਉਹਦੇ ਤੋਂ ਬਾਅਦ ਜਦੋਂ ਹੈ ਨਾ ਮੈਂ ਜੇਲ੍ਹ 'ਚ ਗਿਆ ਵਾਂ, ਜੇਲ੍ਹ 'ਚ ਵਿੱਚ ਜਾ ਕੇ ਵੀ ਪੁਲਿਸ ਦਾ ਜਿਹੜਾ ਇੱਕ ਵਤੀਰਾ ਸੀਗਾ ਉਹ ਉਹਨਾਂ ਨੇ ਹੈ ਨਾ ਵੀ ਉਹ ਵਤੀਰਾ ਉਹੋ ਹੀ ਲਾਗੂ ਰੱਖਿਆ ਵੀ ਜਿਹੜਾ ਕਿਸੇ ਕੋਲੋਂ ਪੈਸੇ ਲੈਂਦੇ, ਜਿਹਦੀ ਕਿਸੇ ਦੀ ਹੈ ਨਾ ਵੀ ਪੋਲੀਟੀਕਲ ਪਾਵਰ ਜਿਹਦੇ ਕੋਲ ਹੈਗੀ ਏ, ਉਹਦੀ ਇੱਕ ਏ ਕੈਟਾਗਰੀ ਏ, ਜਿਹੜੇ ਬੰਦੇ ਕੋ ਕੁਝ ਵੀ ਨਹੀਂਗਾ ਉਹ ਬੀ ਕੈਟਾਗਰੀ। ਉਹ ਇੱਕ ਲਾ ਲਓ ਜਿੱਦਾਂ ਅਸੀਂ ਵਾਰਡ ਦੇ ਵਿੱਚ ਮੱਝਾਂ ਬੰਨੀਆਂ ਹੁੰਦੀਆਂ ਨਾ, ਉਹਦਾ ਉਹ ਜੀਵਨ ਹੈ ਜੇਲ੍ਹ ਦੇ ਵਿੱਚ। ਫਿਰ ਜਦੋਂ ਬੰਦਾ ਉਹ ਇੱਕ ਚੀਜ਼ਾਂ ਦੇਖਦਾ ਨਾ, ਫਿਰ ਬੰਦਾ ਹੈ ਨਾ ਵੀ ਫਿਰ ਜਾਂ ਤੇ ਅਸੀਂ ਅਸਲੋਂ ਹੀ ਹੈ ਨਾ ਵੀ ਹੋਈਏ ਲੱਭ ਤੇ ਮੈਂ ਨਹੀਂ ਹੈ ਨਾ ਵੀ ਖੱਸੀ ਹੋਈ ਨਹੀਂ ਕਰਨਾ ਹੈ ਨਾ ਵੀ ਖੱਸੀ ਹੋਈਏ ਵੀ ਅਸੀਂ ਕੁਛ ਨਾ ਕਰ ਸਕੀਏ ਨਾ ਵੀ ਜਿਵੇਂ ਭੇਡਾਂ ਤੁਰੀਆਂ ਜਾਂਦੀਆਂ ਉਹਦਾ ਤੁਰੇ ਜਾਈਏ, ਤੇ ਜਾਂ ਬੰਦਾ ਲੜਦੀ ਹੈ ਨਾ ਵੀ ਉਸ ਚੀਜ਼ ਬਾਰੇ ਹੈ ਨਾ ਵੀ ਸੋਚਦਾ। ਜਦੋਂ ਜਿਵੇਂ ਮੈਂ ਹੈ ਨਾ ਵੀ ਆਪਣਾ ਇਸ ਚੀਜ਼ ਨੂੰ ਲੜਨ ਬਾਅਦ ਫਿਰ ਉਸ ਤੋਂ ਬਾਅਦ ਹੀ ਤੁਸੀਂ ਮੂਵਮੈਂਟ ਨਾਲ ਜੁੜੇ। ਮੈਂ ਪੁੱਛਦੇ ਕਹਿੰਦੇ ਹੋ ਕਿ ਨਹੀਂ ਮੈਨੂੰ ਸਬੂਤ ਕਰੋ ਕਿ ਮੈਂ ਬੱਬਰ ਖਾਲਸਾ ਨਾਲ ਲਿੰਕ ਹੋਵਾਂ ਜਾਂ ਮੈਂ KLF ਨਾਲ। ਮੈਂ ਤੁਹਾਡੇ ਤੇ ਪੁੱਛਦਾ ਕੀ ਤੁਸੀਂ ਫਿਰ ਉਸ ਤੋਂ ਬਾਅਦ ਉਹਨਾਂ ਤੋਂ ਪ੍ਰਭਾਵਿਤ ਹੋਏ, ਉਧਰ ਨੂੰ ਤੁਰੇ? ਮੈਂ ਦੱਸਦਾ ਨਾ ਤੁਹਾਨੂੰ, ਜਿਹੜਾ ਹੈ ਨਾ ਵੀ ਜਦੋਂ ਉਹ ਵਾਲਾ ਕੰਮ ਹੋਇਆ ਉਸ ਤੋਂ ਬਾਅਦ ਹੈ ਨਾ ਵੀ ਕੁਝ ਬੰਦੇ ਜਦੋਂ ਮੈਂ ਉੱਥੇ ਹੈ ਨਾ ਵੀ ਜਾ ਕੇ ਦੇਖਿਆ ਵੀ ਜਿਨ੍ਹਾਂ ਦੀ ਅਸੀਂ ਕਦੇ ਉਹਨਾਂ ਦੀ ਸੋਚ ਤੱਕ ਪਹੁੰਚ ਵੀ ਨਹੀਂ ਸਕਦੇ, ਜਦੋਂ ਉਹਨਾਂ ਤੋਂ ਪੁੱਛਿਆ ਫਿਰ ਉਹਨਾਂ ਨੂੰ ਪੁੱਛਿਆ ਕਾਰਨ ਕੀ ਹੈ, ਤੇ ਉਹਨਾਂ ਨੇ ਕਾਰਨ ਦੱਸਿਆ ਵੀ ਜਦੋਂ ਕੋਈ ਤੁਸੀਂ ਆਵਾਜ਼ ਚੁੱਕੋਗੇ ਨਾ ਪੁਲਿਸ ਇਸ ਤਰੀਕੇ ਨਾਲ ਕ੍ਰਸ਼ ਕਰਦੀ ਹੈ ਕਿ ਪਰਿਵਾਰ ਵੀ ਨਹੀਂ ਹੈ ਨਾ ਵੀ ਉਸ ਚੀਜ਼ ਨੂੰ ਰਹਿਣ ਦਿੰਦੀ ਸੇਵ। ਤੇ ਉਹ ਇੱਕ ਦਿਮਾਗ ਦੇ ਵਿੱਚ ਘਰ ਬਣ ਗਿਆ। ਜਦੋਂ ਮੈਂ ਜ਼ਮਾਨਤਾਂ ਦੇ ਉੱਤੇ ਆਇਆ ਵਾਂ ਨਾ ਵੀ ਪੁਲਿਸ ਨੇ ਮੈਨੂੰ ਤਰੀਕ ਨਹੀਂ ਭੁਗਤਣ ਦਿੱਤੀ, ਪਹਿਲੀ ਤਰੀਕ ਪਟਿਆਲੇ ਮੈਨੂੰ ਚੁੱਕਣ ਵਾਸਤੇ ਆ ਗਏ। ਮੈਂ ਗਵਾਹੀ ਦੇਣੀ ਸੀ, ਆਪਣਾ ਸੰਗਰੂਰ ਦਾ ਸੁਪਰਡੈਂਟ ਸੀਗਾ ਜਗਵੰਤ ਸ਼ਰਮਾ, ਜਿਹਦੇ ਉੱਤੇ ਮੈਂ ਕੇਸ ਕੀਤਾ ਸੀਗਾ ਅੰਦਰੋਂ, ਵੀ ਮੈਂ ਉਹ ਅੰਦਰ ਨਸ਼ਾ ਵਿਕਾਉਂਦਾ ਸੀਗਾ, ਵੀ ਉਹਦੇ ਖਿਲਾਫ ਹੈ ਨਾ ਵੀ ਮੈਂ ਆਵਾਜ਼ ਚੁੱਕੀ ਆ, ਸਾਡੀ ਉੱਤੇ ਹੈ ਨਾ ਤੂੰ ਮੈਂ ਹੋ ਗਈ ਆ। ਉਹ ਮੇਰੇ ਗਲ ਪਿਆ, ਮੈਂ ਅੱਗੋਂ ਉਹਦੇ ਗਲ ਪੈ ਗਿਆ। ਉਹਦੇ ਸਿਰਫ ਮੈਂ ਕੀ 4 ਚਪੇੜਾਂ ਮਾਰਤੀਆਂ ਹੋ ਗਈਆਂ, ਉਹਨੇ ਉਸ ਹੱਦ ਤੱਕ ਮਾਰਿਆ ਵੀ ਜਿੱਥੋਂ ਤੱਕ ਵੀ ਮੈਂ ਮਰ ਸਕਦਾ ਹਾਂ। ਮੇਰਾ ਜਦੋਂ ਆ ਕੇ ਉਹਦੇ CGM ਆਪਣਾ ਜਿਹੜੀ SDM ਸੀ ਨਾ ਮੈਡਮ, ਉਹਨੇ ਆ ਕੇ ਜਦੋਂ ਮੇਰਾ ਸਰੀਰ ਦੇਖਿਆ, ਮੈਡਮ ਨੇ ਮੈਨੂੰ ਕਮਰੇ 'ਚੋਂ ਬਾਹਰ ਕਹਿੰਦੀ ਵੀ ਜਾ ਕੇ ਪੁੱਤ ਕੱਪੜੇ ਪਾ। ਉਹ ਤਾਂ ਦੇਖਿਆ ਨਹੀਂ ਗਿਆ ਮੇਰੇ ਸਰੀਰ ਦੇ ਹਾਲ। ਤੇ ਮੈਂ ਉਸ ਕੇਸ ਦੇ ਵਿੱਚ ਗਵਾਹੀ ਦੇਣ ਆਇਆ ਤੇ ਪੁਲਿਸ ਜਦੋਂ ਮੈਨੂੰ ਉਹਨਾਂ CS ਸਟਾਫ ਦੀ ਚੁੱਕਣ ਆ ਗਈ, ਫਿਰ ਮੈਂ ਭਗੌੜਾ ਹੋਇਆ ਵੀ ਮੈਂ ਉਸ ਚੀਜ਼ ਤੋਂ ਮੈਂ ਕਿਹਾ ਵੀ ਨਾ ਬੰਦਾ ਅੰਦਰ ਕੁਝ ਕਰ ਸਕਦਾ ਹੈ
ਇੱਕ ਦਾਇਰੇ ਦੇ ਵਿੱਚ ਰਹਿ ਕੇ। ਇਹਦਾ ਮਤਲਬ ਗੈਂਗਸਟਰ ਤੁਹਾਨੂੰ ਪੁਲਿਸ ਨੇ ਬਣਾਇਆ ਫਿਰ? ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀਆਂ, ਕੱਲੀ ਪੁਲਿਸ ਦੇ ਵਿੱਚ ਨਹੀਂਗਾ। ਇਹਦੇ ਵਿੱਚ ਹੈ ਨਾ ਵੀ ਜਿਹੜਾ ਵਾ ਨਾ ਸਾਡਾ ਰਾਜਤੰਤਰ ਹੈ, ਜਿਹੜੇ ਹੈ ਪੋਲੀਟੀਸ਼ੀਅਨ ਆ, ਇਹਨਾਂ ਦਾ ਵਾ, ਤੇ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਨਾ, ਇਹਨਾਂ ਨੂੰ ਹੈਂਡਲ ਕਰਦੀਆਂ ਏਜੰਸੀਆਂ। ਤੁਸੀਂ ਜਦੋਂ ਵੀ ਹੈ ਨਾ ਇਹ ਤਾਕਤ ਦੇ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਦਾ ਹੈ ਨਾ ਵੀ ਬੋਲੀ ਹੋਰ ਹੁੰਦੀ ਹੈ। ਜਿਵੇਂ ਕੋਈ ਸਾਡੇ ਪੰਜਾਬ ਸਟੇਟ ਦਾ ਸੀਐਮ ਬਣ ਜਾਂਦਾ, ਉਹਦੀ ਬੋਲੀ ਇੱਕਦਮ ਚੇਂਜ ਹੋ ਜਾਂਦੀ ਹੈ, ਕਿਉਂਕਿ ਉਹਨੂੰ ਜਦੋਂ ਬਰੀਫ ਕਰਦੀ ਹੈ ਨਾ, ਜਦੋਂ ਏਜੰਸੀਆਂ ਨੂੰ ਬਰੀਫ ਕਰਦੀਆਂ, ਉਹਨੂੰ ਦੱਸ ਦਿੰਦੀਆਂ ਪੁੱਤ ਵੀ ਜੇ ਇੱਥੇ ਰਹੇਗਾ ਤੇ ਸੇਫ ਰਹੇਗਾ। ਕਿਉਂਕਿ ਹਰ ਇੱਕ ਨੇ ਹੁਣ ਤੱਕ ਜਿੰਨੇ ਬਣੇ ਆ, ਇਮਾਨਦਾਰ ਤੇ ਕੋਈ ਵੀ ਨਹੀਂ। ਫਿਰ ਤੁਸੀਂ, ਮੈਂ ਇਹੀ ਪੁੱਛਦਾ, ਆਪਾਂ ਥੋੜਾ ਪਹਿਲਾਂ ਗੱਲਾਂ ਕਲੀਅਰ ਕਰਦੇ ਜਾਈਏ। ਫਿਰ ਤੁਸੀਂ ਮੂਵਮੈਂਟ ਤੋਂ ਪ੍ਰਭਾਵਿਤ ਹੋ ਗਏ, ਫਿਰ ਪੁਲਿਸ ਜੋ ਕਹਿ ਰਹੀ ਹੈ ਠੀਕ ਹੈ, ਫਿਰ ਤੁਸੀਂ ਮੁੱਕਰਦੇ ਕਿਉਂ? ਉਹ ਕਹਿ ਰਹੇ ਨੇ ਕਿ ਬੱਬਰ ਖਾਲਸਾ ਤੇ KLF ਨਾਲ ਤੁਹਾਡੇ ਲਿੰਕ ਨੇ, ਫਿਰ ਠੀਕ ਹੈ ਤੁਸੀਂ ਉਧਰ ਨੂੰ ਤੁਰ ਪਏ ਹੋ। ਹੁਣ ਜੇ ਤੁਸੀਂ ਕਹਿੰਦੇ ਵੀ ਸੱਚ, ਕਿਸੇ ਸੱਚ ਵਾਸਤੇ ਤੁਰਨਾ, ਕਿਸੇ ਚੀਜ਼ ਤੋਂ ਨਾ ਵੀ ਮੂਵਮੈਂਟ ਨਾਲ ਪ੍ਰਭਾਵਿਤ ਹੈ, ਤੇ ਫਿਰ ਤੁਸੀਂ ਐਸੇ ਚੀਜ਼ ਨੂੰ ਸਮਝ ਲਓ। ਮੈਂ ਤੇ ਇਹ ਸਮਝਦਾ ਵੀ ਆਪਣਾ ਇਨਸਾਫ ਲੈਣ ਵਾਸਤੇ ਤੁਰਿਆ ਮੈਂ, ਵੀ ਮੇਰੇ ਅੰਦਰ ਹਿੰਮਤ ਹੈ ਤੇ ਮੈਂ ਮਰਨ ਤੱਕ ਵੀ ਇਨਸਾਫ ਵਾਸਤੇ ਲੜੂੰਗਾ। ਤੇ ਜੇ ਨਹੀਂ ਅਫੀਸ਼ੀਅਲੀ ਮੈਂਬਰ ਹੋ ਤੁਸੀਂ ਬੱਬਰ ਖਾਲਸਾ ਦੇ ਜਾਂ KLF ਦੇ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਦੇ? ਜੇ ਤੁਸੀਂ, ਮੈਂ ਤੁਹਾਨੂੰ ਆਖਣ ਦਿਆ ਵਾਂ ਵੀ ਹੁਣ ਤੁਸੀਂ ਜਿਹੜਾ ਮਰਜ਼ੀ ਨਾਮ ਦਿਓ ਨਾ, ਵੀ ਮੈਂ ਤੇ ਜਿਹੜੀ ਲੜਾਈ ਹੈ ਮੈਂ ਇਨਸਾਫ ਦੀ ਲੜ ਰਿਹਾ। ਤੁਸੀਂ ਆਹ ਦੇਖੋ, ਤੁਸੀਂ ਮੈਨੂੰ ਆਹ ਗੱਲ ਪੁੱਛ ਰਹੇ ਹੋ, ਤੁਸੀਂ ਇੱਕ ਵਾਰ ਨਾ ਮੇਰਾ ਜਿਹੜਾ ਬਾਇਓਡਾਟਾ ਨਾ, ਹਿਸਟਰੀ ਤੁਸੀਂ ਇੱਕ ਵਾਰ ਚੈੱਕ ਕਰਿਓ। ਮੇਰੇ ਪਿਤਾ ਜੀ ਤੇ ਮੇਰਾ ਛੋਟਾ ਬ੍ਰਦਰ ਨਾ, ਸਾਡੇ 2000 ਆਪਣਾ ਕੋਈ 15 ਦੇ ਵਿੱਚ ਮਰਡਰ ਹੁੰਦਾ ਵਾ, ਹੈਨਾ, ਜਿਹਦੇ ਵਿੱਚ ਮੈਂ ਸ਼ਾਮਲ ਆ। ਮੇਰਾ ਪਿਤਾ ਜੀ ਤੇ ਮੇਰਾ ਜਿਹੜਾ ਛੋਟਾ ਬ੍ਰਦਰ ਹੈ, ਕੋਰਟ ਦੇ ਵਿੱਚ ਤਰੀਕ ਭੁਗਤ ਰਹੇ, ਹੱਥਕੜੀਆਂ ਉਹਨਾਂ ਨੂੰ ਲੱਗੀਆਂ ਵਾ, ਤੇ ਪੁਲਿਸ ਨੇ ਉਹਨਾਂ ਤੇ FIR ਦਰਜ ਕਰਤੀ। ਕੀ ਕੀਤੀ ਜੀ, ਇਹਨਾਂ ਨੇ ਨਾਲ ਗੋਲੀਆਂ ਮਾਰੀਆਂ। ਤੇ FIR ਪਤਾ ਕੌਣ ਦਰਜ ਕਰਾ ਰਿਹਾ? ਜਿਹਨੇ ਮੇਰਾ ਭਰਾ ਮਾਰਿਆ, ਜਿਹੜਾ 6 ਮਹੀਨੇ ਪਹਿਲੇ ਤੋਂ ਪੁਲਿਸ ਨੂੰ ਵਾਂਟਡ ਆ, ਉਸੇ ਥਾਣੇ ਦੇ ਵਿੱਚ FIR ਕਰਾ ਰਿਹਾ, ਜਿਹੜੇ ਥਾਣੇ ਦੇ ਵਿੱਚੋਂ 302 ਦੇ ਵਿੱਚ PO ਆ। ਤੁਸੀਂ ਦੱਸੋ ਵੀ ਫਿਰ ਉਹ ਬੰਦਾ ਕਿਹਦੇ ਅੱਗੇ ਸਰੈਂਡਰ ਕਰੇ ਤੇ ਕਿਹਦੇ ਤੋਂ ਇਨਸਾਫ ਦੀ ਆਸ ਰੱਖੇ? ਅੱਛਾ, ਜੇ ਤੁਸੀਂ ਇਸ ਗੱਲ ਦੇ ਉੱਤੇ ਖੜੇ ਹੋ ਕਿ ਹਾਂ ਤੁਸੀਂ ਕਹਿੰਦੇ ਹੋ ਕਿ ਸੱਚ ਦੀ, ਇਨਸਾਫ ਦੀ ਜਾਂ ਮੂਵਮੈਂਟ ਦੀ ਲੜਾਈ ਤੁਸੀਂ ਲੜ ਰਹੇ ਹੋਗੇ ਤੁਹਾਡੇ ਮੁਤਾਬਕ, ਫਿਰ ਕੀ ਉਹ ਮੂਵਮੈਂਟ ਇਜਾਜ਼ਤ ਦਿੰਦੀ ਹੈ ਕਿਸੇ ਤੋਂ ਐਕਸਟੋਰਸ਼ਨ ਮਨੀ ਲੈਣਾ? ਕਿਉਂਕਿ ਫਿਰ ਤਾਂ ਕੋਈ ਸਿਧਾਂਤ ਵੀ ਹੋਊ ਨਾ। ਗੈਂਗਸਟਰਾਂ ਦਾ ਕੋਈ ਸਿਧਾਂਤ ਨਹੀਂ ਹੁੰਦਾ, ਲਹਿਰ ਦੇ ਤਾਂ ਕੋਈ ਸਿਧਾਂਤ ਹੁੰਦੇ ਨੇ। ਲਹਿਰ ਨਾ ਕੋਈ ਇਨੋਸੈਂਟ ਨੂੰ ਮਾਰਦੀ ਹੈ, ਨਾ ਕਿਸੇ ਇਨੋਸੈਂਟ ਤੋਂ ਐਕਸਟੋਰਸ਼ਨ ਮਨੀ ਕ੍ਰੀਏਟ ਕਰਦੀ ਹੈ। ਐਕਸਟੋਰਸ਼ਨ ਮਨੀ ਲੈਣੀ ਠੀਕ ਆ? ਫਿਰ ਮੈਂ ਤੁਹਾਨੂੰ ਆਖਿਆ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਗੈਂਗਸਟਰ, ਤੁਸੀਂ ਕਦੀ ਕਿਸੇ ਦੇ ਮੂੰਹੋਂ ਸੁਣਿਆ ਵੀ ਮੈਂ ਗੈਂਗਸਟਰ ਆ? ਪੁਲਿਸ ਆਪਣੇ ਹੈ ਨਾ ਵੀ ਇੱਕ ਮੈਡਲਾਂ ਵਾਸਤੇ ਵੀ ਜਿਹੜੀ ਮਰਜ਼ੀ ਪਦਵੀ ਦੇ ਦੇਵੇ। ਮੇਰੇ ਨਾਲ ਦੇ ਮੁੰਡੇ ਮੇਰੇ ਨਾਲ ਮੁੰਡੇ ਸੀਗੇ, ਉਹ ਫੜੇ ਗਏ, ਤੇ ਉਹ ਕਹਿੰਦੇ ਚਲੋ ਅਸੀਂ ਕਰਾ ਕੇ ਪੇਸ਼ ਕਰਾ ਦਿੰਨੇ ਆ। ਉਹ ਕਹਿੰਦੇ ਪੇਸ਼ ਨਹੀਂ ਕਰਨਾ, ਇਹ ਤੇ ਚੱਲਦਾ ਫਿਰਦਾ ਸਾਡਾ DSP ਹੈ, ਠੀਕ ਹੈ। ਵੀ ਉਹ ਕਹਿੰਦੇ ਵੀ ਜਿੱਦਣ ਇਹ ਮਾਰਤਾ ਨਾ, ਜਿਹੜੇ ਥਾਣੇਦਾਰ ਨੇ ਮਾਰਤਾ, ਉਹ DSP ਬਣ ਜਾਊਗਾ। ਤੇ ਉਹ ਪੁਲਿਸ ਫਿਰ ਜਿਵੇਂ ਕਿਸੇ ਚੀਜ਼ ਨੂੰ ਹੈ ਨਾ ਵੀ ਜਿਹੜੀ ਚੀਜ਼ ਦਾ ਕ੍ਰੈਡਿਟ ਲੈਣਾ ਹੁੰਦਾ, ਉਹਨੂੰ ਉਨਾ ਹੀ ਵੱਡਾ ਕਰਕੇ ਵਿਖਾਉਂਦੀ ਹੈ। ਜੀ ਚਲੋ, ਪੁਲਿਸ ਤਾਂ ਜੋ ਕਰਦੀ ਹੈ, ਤੁਸੀਂ ਕਹਿਤਾ, ਆਪਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਪੁਲਿਸ ਇਹ ਕਰਦੀ ਹੈ। ਮੈਂ ਤੁਹਾਡੇ ਤੋਂ ਪੁੱਛ ਰਿਹਾ, ਐਕਸਟੋਰਸ਼ਨ ਮਨੀ ਲੈਣਾ, ਐਕਸਟੋਰਸ਼ਨ ਲੈਣਾ, ਪੈਸੇ ਲੈਣਾ ਗਾਇਕਾਂ ਤੋਂ, ਫਿਲਮ ਇੰਡਸਟਰੀ ਤੋਂ, ਲੋਕਾਂ ਤੋਂ, ਕੀ ਇਹ ਠੀਕ ਆ? ਫਿਰ ਸਿਧਾਂਤ ਕਿੱਥੇ ਹੈਗਾ? ਮੈਂ ਤੇ ਲੈ ਨਹੀਂ ਗਏ। ਨਹੀਂ ਲੈਂਦੇ ਆ ਨਾ, ਗੈਂਗਸਟਰ ਲੈਂਦੇ ਆ, ਇਹ ਤਾਂ ਸਭ ਨੂੰ ਪਤਾ ਹੈ। ਜਿਹੜਾ ਲੈਂਦੇ ਉਹ ਗਲਤ ਕਰਦੇ, ਜਿਹੜਾ ਕੋਈ ਭਲੇ ਮਾਨਸ ਬੰਦੇ ਤੋਂ ਲੈਂਦਾ ਹੈ ਉਹ ਗਲਤ ਕਰਦਾ ਹੈ। ਪਰ ਭਲੇ ਮਾਨਸ ਲੋਕਾਂ ਤੋਂ ਲਏ ਗਏ, ਕਤਲ ਕੀਤੇ ਗਏ, ਇਹ ਸੱਚ ਆ? ਤੁਸੀਂ ਇਸ ਗੱਲ ਨੂੰ ਕਹੋਗੇ ਕੀ ਹੋਇਆ ਪੰਜਾਬ 'ਚ? ਜਿਹੜਾ ਕੋਈ ਜਿਨ੍ਹਾਂ ਨੇ ਕੀਤਾ ਗਲਤ ਕੀਤਾ? ਮੈਂ ਆਖੰਦਿਆ ਵੀ ਜਿਹੜਾ ਕੋਈ ਬੰਦਾ ਆਪਣੇ ਸਵਾਰਥ ਵਾਸਤੇ ਕਿਸੇ ਨੂੰ ਮਾਰਦਾ ਹੈ ਨਾ, ਨਿੱਜੀ ਸਵਾਰਥ ਵਾਸਤੇ, ਉਹ ਕੋਈ ਵੀ ਕਰਦਾ ਉਹ ਗਲਤ ਹੈ। ਜੇ ਮੈਂ ਵੀ ਕੀਤਾ ਤੇ ਮੈਂ ਉਸ ਚੀਜ਼ ਨੂੰ ਭੁਗਤਣ ਨੂੰ ਤਿਆਰ ਹਾਂ। ਇਹ ਸਾਡਾ ਪੱਖ ਹੈ ਨਾ। ਤੁਸੀਂ ਹੁਣ ਇਸ ਚੀਜ਼ ਨੂੰ ਨਹੀਂ ਨਾ ਕਿਸੇ ਬੰਨੇ ਕੱਢ ਸਕਦੇ ਵੀ ਸਿਰਫ ਤੁਸੀਂ ਹੈ ਨਾ ਵੀ ਮੈਂ ਜੋ ਕੀਤਾ ਮੈਂ ਮੰਨੀ ਜਾਵਾਂ, ਵੀ ਜਿਨ੍ਹਾਂ ਨੇ ਕਰਾਇਆ। ਨਹੀਂ, ਤੁਹਾਡੀ ਗੱਲ ਠੀਕ ਆ ਪੁਲਿਸ ਦੇ ਉੱਤੇ। ਮੈਂ ਕਹਿ ਰਿਹਾ ਪੁਲਿਸ ਵਾਲੀ ਗੱਲ ਤੁਹਾਡਾ ਇੱਕ ਨੈਰੇਟਿਵ ਆ, ਤੁਸੀਂ ਕਹਿਤਾ। ਮੈਂ ਤੁਹਾਡੇ ਤੋਂ ਇਹ ਪੁੱਛ ਰਿਹਾ ਗਾ ਕਿ ਇਹ ਤਾਂ ਸੱਚ ਆ, ਪੰਜਾਬ 'ਚ ਲੱਖ 2-2 ਲੱਖ ਲੈ ਕੇ ਮਤਲਬ ਕਤਲ ਕਰਨੇ, ਉਹ ਲੋਕਾਂ ਦੇ ਵੀ ਕਤਲ ਕਰ ਦਿੱਤੇ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਉਹਨਾਂ ਲੋਕਾਂ ਤੋਂ ਵੀ ਪੈਸੇ ਮੰਗੇ ਗਏ, ਲੈ ਲਏ ਗਏ ਜਿਨ੍ਹਾਂ ਤੋਂ ਨਹੀਂ ਲੈਣੇ ਚਾਹੀਦੇ ਸੀ। ਇਹੋ ਜਿਹੇ ਬਹੁਤ ਸਾਰੇ ਲੋਕ ਨੇ ਪੰਜਾਬ 'ਚ। ਮੈਂ ਨਹੀਂ ਸਮਝਦਾ ਕੋਈ ਪੰਜਾਬ ਦਾ ਜਿਹੜਾ ਜਾਇਆ ਹੈ ਨਾ, ਕੋਈ ਹਨਾ ਵੀ ਕਾਂਡ ਰੱਖਦਾ ਵੀ ਉਹਨੇ ਕਿਸੇ ਨੂੰ 2-4 ਲੱਖ ਰੁਪਏ ਲੈ ਕੇ ਮਾਰਿਆ ਹੋਊਗਾ। ਹਾਂ, ਇੰਨੀ ਗੱਲ ਜ਼ਰੂਰ ਹੈ, ਜਿਹੜਾ ਵੀ ਤੁਸੀਂ ਇਸ ਚੀਜ਼ ਦੇ ਪਿੱਛੇ ਕੱਢੋਗੇ ਨਾ, ਜਿਹਨੇ ਕੋਈ ਇਹੋ ਜਿਹਾ ਘਿਨਾਉਣਾ ਕੰਮ ਕੀਤਾ ਹੈ, 2-4 ਲੱਖ ਵਾਸਤੇ ਕਿਸੇ ਨੂੰ ਮਾਰਿਆ ਹੈ, ਤੁਸੀਂ ਉਹਦੇ ਪਿੱਛੇ ਪਿੱਠ ਦੇਖ ਲਿਓ ਕੌਣ ਪੂਰਦੇ। ਉਹ ਜਾਂ ਕਿਸੇ ਮੰਤਰੀ ਦਾ ਪਿੱਠੂ ਹੋਊਗਾ ਜਾਂ ਕਿਸੇ ਪੁਲਿਸ ਅਫਸਰ ਦਾ ਪਿੱਠੂ ਹੋਊਗਾ। ਉਹ ਹੋ ਹੀ ਨਹੀਂ ਸਕਦਾ ਵੀ ਹਨਾ ਵੀ ਕੋਈ ਬੰਦਾ। ਕਿਉਂਕਿ ਤੁਸੀਂ ਨੇੜਿਓਂ ਜਾਣਦੇ ਹੋ ਰਿੰਦਾ, ਮੈਂ ਤੁਹਾਨੂੰ ਤਾਂ ਪੁੱਛ ਰਿਹਾ, ਤੁਸੀਂ ਇਹ ਨੇੜਿਓਂ ਜਾਣਦੇ ਹੋ ਕਿ ਗੈਂਗਸਟਰ ਐਂ ਵੀ ਕਰਦੇ ਆ ਨਾ। ਇਹ ਤਾਂ ਕਰਦੇ, ਇਹਨਾਂ 'ਚ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਜਿਹੜੇ ਕਰਦੇ ਆ। ਤੁਸੀਂ ਨਹੀਂ ਕੀਤਾ, ਤੁਸੀਂ ਕਹਿ ਰਹੇ ਹੋ, ਹੋਰ ਤਾਂ ਕਰਦੇ ਆ ਨਾ ਕਈ।
ਉਹ ਫਿਰ ਹੁਣ ਇਦਾਂ ਵਾ ਜਦੋਂ ਜਿਹੜਾ ਹੈ ਨਾ ਵੀ 80 ਜਦੋਂ ਹੈ ਨਾ ਵੀ ਖਾੜਕੂਵਾਦ ਦੀ ਲਹਿਰ ਸੀਗੀ, ਉਹਦੇ ਵਿੱਚ ਜਦੋਂ ਪੁਲਿਸ ਨੇ ਦੇਖਿਆ ਵੀ ਇਦਾਂ ਇਸ ਤਰੀਕੇ ਨਾਲ ਨਹੀਂ ਹੈ ਨਾ ਵੀ ਟੈਕਲ ਹੋ ਰਹੀ, ਪੁਲਿਸ ਨੇ ਕੈਟ ਵਾੜੇ ਹੀ ਨਾ ਪਿੱਛੇ ਵਿੱਚ ਵਾੜੇ ਹੀ ਨਾ। ਉਹ ਜਿੱਦਾਂ ਕੈਟ ਵਾੜੇ ਉਦਾਂ ਕਈ ਪੁਲਿਸ ਦੇ ਹੈ ਨਾ ਵੀ ਜਿਹੜੇ ਮੁਖਬਰ ਆ ਨਾ, ਜਿਹੜੇ ਪੁਲਿਸ ਵਾਸਤੇ ਕੰਮ ਕਰਦੇ, ਜਦੋਂ ਉਹ ਪੁਲਿਸ ਵਾਸਤੇ ਕੰਮ ਕਰਦੇ ਨਾ ਫਿਰ ਉਸ ਚੀਜ਼ ਦਾ ਲਾਹਾ ਵੀ ਲੈਂਦੇ ਆ ਉਹ। ਜਾਂ ਫਿਰ ਆਪਸੀ ਜਿਹੜੀ ਰਿਵੈਲਰੀ ਹੈ, ਮੈਂ ਇੱਕ ਪਾਸੇ ਰਹਿੰਦਾ ਇਹ ਗੱਲ ਸਮਝਾਓ, ਤੁਸੀਂ ਕਹਿੰਦੇ ਹੋ ਤੁਹਾਡੇ ਸਿਧਾਂਤ ਨੇ, ਮਿੰਦੀ ਗਾਂਧੀ ਦਾ ਕਤਲ ਹੁੰਦਾ, ਉਹ ਕਿਹੜੇ ਸਿਧਾਂਤਾਂ 'ਚੋਂ ਕੀਤਾ ਗਿਆ ਸੀ? ਮਿੰਦੀ ਗਾਂਧੀ ਦਾ ਕਤਲ ਤੁਸੀਂ ਕੀਤਾ ਉਹ ਕਤਲ? ਮੈਂ ਇਹ ਗੱਲ ਕਹਿ ਰਿਹਾ ਨਾ ਵੀ ਉਹਦੇ ਵਿੱਚ ਹੈ ਨਾ ਵੀ ਆਪਸ ਦੇ ਵਿੱਚ ਜਦੋਂ ਤੁਸੀਂ ਉਹ ਵਾਲੇ ਕੇਸ ਨੂੰ ਚੰਗੇ ਤਰੀਕੇ ਨਾਲ ਹੈ ਨਾ ਵੀ ਦੇਖੋਗੇ ਨਾ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਉਹ ਕਾਰਨ ਕੀ ਸੀਗਾ। ਵੀ ਉਹਦੇ ਵਿੱਚ ਆਪਸ ਦੇ ਹੈ ਨਾ ਵੀ ਉਹ ਉਹਨਾਂ ਦੀਆਂ ਜਨਾਨੀਆਂ ਤੋਂ ਲੈ ਕੇ ਹੈ ਨਾ ਵੀ ਕਈ ਐਸੇ ਗੱਲਾਂ ਜਿਹੜੀਆਂ ਨਾ ਵੀ ਬੰਦਾ ਉਸ ਚੀਜ਼ ਨੂੰ ਫੋਲਦਾ ਨਾ ਤੇ ਲੀਰਾਂ ਨਿਕਲਦੀਆਂ, ਉਹ ਕਾਰਨ ਹੈ ਨਾ ਵੀ ਉਸ ਮਰਡਰ ਦਾ ਉਹ ਸੀਗਾ ਵੀ ਜਿੱਥੋਂ ਉਹ ਵਾਲੇ ਕੇਸ ਦਾ ਕਾਰਨ ਸੀਗਾ। ਤੇ ਉਹ ਇੱਕ ਏਦਾਂ ਦਾ ਸੀਗਾ ਨਾ ਵੀ ਜਿਹੜਾ ਨਾ ਕਿਸੇ ਦੀ ਆਪਾਂ ਜਦੋਂ ਕੋਈ ਸੱਜਣ ਰੋਂਦਾ ਹੈ ਨਾ ਤੇ ਉਹ ਦੇਖਿਆ ਨਹੀਂ ਜਾਂਦਾ ਜਦੋਂ ਨਾਲੇ ਉਤੋਂ ਮਜਬੂਰ ਹੋਵੇ, ਤੇ ਉਹਦੇ ਵਿੱਚ ਗਿਆ ਵਾ ਮੈਂ। ਫੇਰ ਵੀ ਇਸ ਚੀਜ਼ ਨੂੰ ਕਹਿਣਾ ਵੀ ਜੇ ਮੈਂ ਉਹ ਕੀਤਾ ਹੈ ਨਾ, ਆਪਣੇ ਹੱਥੀਂ ਕੀਤਾ ਨਾ, ਤੇ ਮੈਂ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਆ, ਹਰ ਇੱਕ ਚੀਜ਼ ਨੂੰ ਤਿਆਰ ਆ। ਵੀ ਤੁਸੀਂ ਉਹ ਸਰ ਨਹੀਂ ਸਕਦਾ ਸੀ, ਕਤਲ ਤੋਂ ਬਿਨਾਂ ਨਹੀਂ ਸਰ ਸਕਦਾ ਸੀ, ਕੋਈ ਹੱਲ ਹੋਰ ਕੱਢਿਆ ਜਾ ਸਕਦਾ ਸੀ? ਤੁਸੀਂ ਇੱਕ ਵਾਰ ਤੁਸੀਂ ਮਹਿੰਦੀ ਗਾਂਧੀ ਦੀ ਤੁਸੀਂ ਪਿੱਛੇ ਦੇਖੋ ਨਾ, ਉਹਦੇ ਪਿੱਛੇ ਪਾਵਰ ਦੇਖੋ ਨਾ ਕੀ ਸੀਗੀ। ਤੁਸੀਂ ਦੇਖੋ ਉਹ ਕਿੱਡਾ ਹੈ ਨਾ ਵੀ ਪੋਲੀਟੀਕਲੀ ਸਟਰੋਂਗ ਸੀਗਾ ਹੈ। ਉਹਨਾਂ ਦਾ ਜਿਹੜਾ ਉਹ ਇੱਕ ਪੁਲਿਸ ਹੈ ਨਾ ਵੀ ਜਿਹੜੇ ਸਾਡੇ ਵੀ ਹੈਗੇ ਨੇ ਕਈ, ਉਹਨਾਂ ਨੂੰ ਖੁਦ ਨੂੰ ਨਹੀਂ ਸਮਝ ਆਉਂਦਾ ਵੀ ਪੁਲਿਸ ਸਾਨੂੰ ਵਰਤ ਰਹੀ ਆ, ਵੀ ਪੋਲੀਟੀਸ਼ੀਅਨ ਸਾਨੂੰ ਵਰਤ ਰਹੇ ਆ। ਇੱਕ ਉਹ ਵਾਲੇ ਆ ਨਾ, ਇੱਕ ਦੋ ਐਸੇ ਕਿਸੇ ਜਿਹੜੇ ਆ ਨਾ, ਤਾਂ ਹੀ ਕਿਹਾ ਜਾਂਦਾ ਨਾ ਜਿਹੜੇ ਵਰਤ ਰਹੇ ਆ ਉਹਨਾਂ 'ਚ ਕਈ ਗੈਂਗਸਟਰ ਜਿਹੜੇ ਚਿੱਟੇ ਦੀ ਸਮਗਲਿੰਗ ਕਰਦੇ ਨੇ। ਇਹ ਤੁਸੀਂ ਮੰਨਦੇ ਹੋ ਕਿ ਤੁਹਾਡੀ ਉਹ ਸਾਰੀ ਜਿਹੜੀ ਮਤਲਬ ਗੈਂਗਸਟਰਾਂ 'ਚ ਕੁਝ ਲੋਕ ਜਿਹੇ ਹੈਗੇ ਨੇ ਜਿਹੜੇ ਚਿੱਟੇ ਤੇ ਕੰਮ ਕਰਦੇ ਨੇ, ਹਥਿਆਰਾਂ ਦੀ ਸਪਲਾਈ ਦਾ ਕਰਦੇ ਨੇ? ਮੈਂ ਤੁਹਾਨੂੰ ਕਿਸੇ ਦੀ ਗੱਲ ਨਹੀਂ, ਮੈਂ ਨਾ ਵੀ ਤੁਹਾਨੂੰ ਜੋ ਆਖਿਆ ਨਾ ਸੱਚ ਆਖੂੰਗਾ, ਮੈਂ ਖੁਦ ਦੀ ਗੱਲ ਕਰਦਾ। ਮੈਂ ਜਦੋਂ ਬਾਹਰ ਆਇਆ ਨਾ ਤੇ ਇੱਕ ਟਾਈਮ ਹੋਇਆ ਵੀ ਪੈਸੇ ਨੂੰ ਔਖਾ ਹੋ ਗਿਆ। ਮੇਰੇ ਨਾਲ ਸੱਜਣ ਕੋਈ ਐਸੇ ਸੀਗੇ ਜਿਹੜੇ ਨਾ ਵੀ ਉਹ ਸਮਗਲਿੰਗ ਕਰਦੇ, ਉਹਦੇ ਨਾਲ ਸੰਬੰਧਿਤ ਸੀਗੇ, ਤੇ ਏਦਾਂ ਬੈਠਿਆ ਨਾ ਵੀ ਪੈਸੇ ਨੂੰ ਔਖੇ ਸੀਗੇ। ਕਹਿੰਦੇ ਚੱਲ ਉੱਥੇ ਤੱਕ ਆਪਾਂ ਗੇੜਾ ਲਾ ਕੇ ਆਉਣਾ ਵਾ ਤੇ ਪੈਸੇ ਬਣੇ। ਮੈਨੂੰ ਪਹਿਲਾਂ ਨਹੀਂ ਪਤਾ ਕੀ ਚੀਜ਼ ਆ ਵੀ ਕਿੱਧਰ ਜਾਣਾ ਕਰਕੇ। ਉਹ ਜਦੋਂ ਅਸੀਂ ਜਾ ਕੇ ਆਏ ਨਾ ਤੇ ਉਹਨੇ ਇਹਨੂੰ ਰੁਪਈਆ 5 ਲੱਖ ਦੇ ਦਿੱਤਾ। ਮੈਂ ਕਿਹਾ ਕਾਹਦੇ ਆ? ਕਹਿੰਦਾ ਸਮਾਨ ਦੇ। ਮੈਂ ਕਿਹਾ ਯਾਰ ਨਹੀਂ ਕਰਨਾ ਨਹੀਂ, ਮੈਂ ਟੁੱਟਾ ਸੀਗਾ। ਮੈਂ ਨਾ ਵੀ ਚਲੋ ਪੈਸੇ ਰੱਖ ਦੇ। ਉਹਦੇ ਤੋਂ ਬਾਅਦ ਮੈਂ 2-4 ਵਾਰਾਂ ਨਾ ਵੀ ਉਹਨਾਂ ਨਾਲ ਚਲੇ ਗਿਆ। ਉਹ ਫਿਰ ਮੈਂ ਕਿਹਾ ਯਾਰ ਜਿਹੜਾ ਆਹ ਬੰਦਾ ਆਪਾਂ ਨੂੰ ਦੇਣ ਆਉਂਦਾ, ਇਹ ਬੰਦਾ ਕੌਣ ਹੈ? ਕਹਿੰਦਾ ਪਤਾ ਨਹੀਂ ਹੈ ਨਾ, ਕੋਈ ਬੰਦਾ ਸਰਕਾਰੀ ਹੈ। ਤੇ ਭਾਜੀ ਮੈਂ ਉਸ ਦਿਨ ਹੈ ਨਾ ਵੀ ਜਿਹੜੀ ਹੈ ਨਾ ਵੀ ਉਹ ਫਿਰ ਇਸ ਚੀਜ਼ ਨੇ ਆ ਨਾ ਵੀ ਹੋਰ ਸਟਰੋਂਗ ਕਰਤਾ ਵੀ ਜਦੋਂ ਜਿਹੜੀ ਵਾਲ ਹੈ ਨਾ ਖੇਤ ਨੂੰ ਖਾਣ ਲੱਗ ਜਾਵੇ ਨਾ, ਤੇ ਫਿਰ ਵਾਲ ਹੈ ਨਾ ਵੀ ਖੇਤ ਦਾ ਬਚਣਾ ਬੜਾ ਔਖਾ। ਜਿਹੜਾ ਸਾਨੂੰ ਪਾਊਡਰ ਦਿੰਦਾ ਸੀ ਨਾ ਵੀ ਉਹ ਖੁਦ ਇੱਕ ਇੰਟੈਲੀਜੈਂਸ ਦਾ ਆਫੀਸਰ ਸੀਗਾ। ਤੁਸੀਂ ਕਿਹੜੇ ਤਰੀਕੇ ਨਾਲ ਨਸ਼ਾ ਪੰਜਾਬ ਦੇ ਵਿੱਚ ਰੋਕ ਸਕਦੇ ਹੋ? ਜਦੋਂ ਤੁਹਾਨੂੰ ਹੁਣ ਤੁਸੀਂ ਆਹ ਦੇਖੋ ਜਿਹੜਾ ਜਲੰਧਰੋਂ ਫੜਿਆ ਗਿਆ ਹੈ, ਉਹਦਾ ਕੀ ਨਾਂ ਸੀਗਾ ਆਪਣਾ, ਜਿਹੜਾ ਅੰਗਰੇਜ਼ ਸਿੰਘ ਦੇ ਨਾਲ ਹੁੰਦਾ ਸੀਗਾ, ਉਹਦੇ ਤੋਂ ਬਾਅਦ ਇੱਕ ਨਿਰੰਗ ਸਿੰਘ ਫੜਿਆ ਗਿਆ। ਇੰਦਰਜੀਤ ਫੜਿਆ ਗਿਆ ਸੀ ਕਿ ਇੰਦਰਜੀਤ, ਉਸ ਦੀ ਗੱਲ ਕਰ ਰਹੇ ਹੋ? ਹਾਂਜੀ, ਇੰਦਰਜੀਤ ਫੜਿਆ ਗਿਆ ਸੀਗਾ। ਜਿਹੜੇ ਆ ਨਾ ਤੁਸੀਂ ਜਦੋਂ ਇਸ ਚੀਜ਼ ਨੂੰ ਜਿਹੜਾ ਨਾ ਇੱਕ ਸਮਾਂ ਸੀਗਾ ਜਦੋਂ ਚਿੱਟਾ ਸੀ ਨਾ, ਉਹ ਪਾਕਿਸਤਾਨ ਦੇ ਕੋਲ ਸਮਗਲਰ ਭੇਜਦੇ ਸੀਗੇ। ਇਹ ਗੱਲੋਂ ਨਹੀਂ ਮੈਂ ਮੁਕਰਦਾ, ਨਹੀਂ ਭੇਜਦੇ ਸੀਗੇ। ਉਹ ਇੱਕ ਸਮਾਂ ਸੀਗਾ। ਹੁਣ ਪਾਕਿਸਤਾਨ ਨੂੰ ਆਉਣ ਦੀ ਲੋੜ ਨਹੀਂ ਗੀ। ਹੁਣ ਤੇ ਪਾਕਿਸਤਾਨ ਤੋਂ ਨਾ ਚਿੜੀ ਵੀ ਨਹੀਂ ਹੈ ਨਾ ਵੀ ਇੱਧਰ ਕ੍ਰਾਸ ਕਰਦੀ। ਮੈਂ ਬਾਰਡਰ ਬੈਲਟ ਤੇ ਬੜਾ ਚਿਰ ਰਿਹਾ ਵਾਂ। ਹੁਣ ਤੇ ਜਿਹੜੀਆਂ ਏਜੰਸੀਆਂ ਵਾ ਨਾ, ਇਹਨਾਂ ਨੇ ਪੰਜਾਬ ਦੇ ਵਿੱਚ ਤੇ ਹਰਿਦੁਆਰ ਆਪਣੀਆਂ ਫੈਕਟਰੀਆਂ ਲਾਈਆਂ ਵਾ। ਉਹ ਕਹਿੰਦੇ ਵੀ ਹੋਰ ਕੁਝ ਬੰਦ ਹੋ ਜਾਵੇ, ਪੰਜਾਬ 'ਚ ਪਾਣੀ ਬੰਦ ਹੋ ਜਾਵੇ, ਚਿੱਟਾ ਨਾ ਬੰਦ ਹੋਵੇ, ਵੀ ਪੰਜਾਬ ਜਵਾਨੀ ਰਹਿਣ ਨਹੀਂ ਦੇਣੀ।